ਸਤਨਾਮ ਸ਼੍ਰੀ ਵਾਲਮੀਕ ਸਾਹਿਬ ਜੀ। ਅਜ਼ਰ ਮਤ੍ਰਿਕਾ ਦਰਸ਼ਨੀ श्री गुरु वाल्मीकि भगवान जी महाराज सतगुरु महाराज सब जीवां दे अंग संग दाता जी सहाय होण। बंदिया लुटेरे लुट लैणगे, बंदिया लुटेरे लुट लैणगे, गुरां दे रज़ा दे विच रहिए, गुरां दी रज़ा दे विच रहिए। खुशी दे खजाने चोली पैणगे, खुशी दे खजाने चोली पैणगे, नाम परमात्मा दा लईए, नाम परमात्मा दा लईए। बंदिया लुटेरे लुट लैणगे, गुरां दी रज़ा दे विच रहिए, नाम परमात्मा दा लईए, गुरां दी रज़ा दे विच रहिए। बोले सौ रुपए श्री गुरु वाल्मीकि दयावान जी की जय। समुंदर दे पंजे डाकू सुखालू दे अवतार धन धन सतगुरु ज्ञाननाथ महाराज जी ਕੋਈ ਇਨਸਾਨੀਅਤ ਨੂੰ ਮਾਨਵਤਾ ਨੂੰ ਸਮਝਾ ਰਹੇ ਨੇ। ਕਹਿੰਦੇ ਨੇ ਪੰਜ ਲੁਟੇਰੇ, ਇਹ ਪੰਜ ਦਰਿੰਦੇ ਅੰਦਰੋਂ ਹੁਕਮ ਚਲਾਉਂਦੇ ਜਿਹੜੇ, ਅੰਦਰੋਂ ਹੁਕਮ ਚਲਾਉਂਦੇ ਜਿਹੜੇ, ਇਸ ਬੰਦੇ ਨੂੰ ਕਮਲਿਆ ਕਰਕੇ ਕੁੰਭੀ ਨਰਕ ਪਹੁੰਚਾਉਂਦੇ ਜਿਹੜੇ। अंदर दे पंजे डाकू मनो कीता जिना जहान। सो इत्थे लुटेरियां दी गल आई ना, कल दे विचार ते आपां आउंदे आ कि किसान हुंदा है, एक किसान कोई बीज का छट्टा दिंदा है, बीज का दिंदा है छट्टा, मान लो कि 100 बीज का उन्हें दिता छट्टा, कोई भी बीज हो गया 100 बीज का दिता छट्टा उन्हें, वो 100 होंगे ना, वो 100 के 100 ही वाधे फुलते नहीं है। 100 के 70% जो बीज होंगे ना वही वाधे फुलते हैं, बाकी तो इदा ही मुक जाते, सड़ जाते, गल जाते, या पंछी खा जाते हैं। 30% ही वाधे फुलते हैं। इदा ही नामधारी तो बहुत होंगे है, नामधारी तो गुरु वाले तो बहुत होंगे है, पर 100 के विचों जो 30% होंगे है ना, वही वो आनंद तक मंजिल तक पहुँचते हैं। नहीं तो बाकी ने तो अंदर लुटेरे जोड़े होंगे ना वही खा जाते हैं, वही निकल जाते हैं। लुटेरे इतने किहड़े है भाई, लुटेरे साढ़े अंदर ही, बाहरों कोई नहीं आता। बाहरों लुटेरा आया तो लुट के लै गया, लुटेरे साढ़े अंदर ही है।
ਜੇ ਗੁਰੂ ਗਿਆਨ ਮਹਾਰਾਜ ਸਮਝਾਉਂਦੇ ਨੇ ਕਿ ਇਹ 5 ਲੁਟੇਰੇ, ਇਹ 5 ਦਰਿੰਦੇ ਅੰਦਰੋਂ ਹੁਕਮ ਚਲਾਉਂਦੇ ਜਿਹੜੇ, ਤੇ ਪੁਤਲਿਆਂ ਵਾਂਗੂ ਇਸ ਜੀਵ ਨੂੰ ਮਰਜ਼ੀ ਨਾਲ ਨਚਾਉਂਦੇ ਜਿਹੜੇ, ਏਦਾਂ ਵੀ ਕਹਿੰਦੇ ਮਹਾਰਾਜ। ਲੁਟੇਰੇ ਤੇ ਆਪਣੇ ਜੋ ਪ੍ਰਮਾਤਮਾ ਨੇ ਫਿੱਟ ਕੀਤੇ ਨਾ ਅੰਦਰ, ਉਹੀ ਲੁਟੇਰੇ ਆ। ਜਿਹਨੂੰ ਕਾਮ ਕਹਿ ਲਓ, ਕ੍ਰੋਧ ਕਹਿ ਲਓ, ਹੰਕਾਰ ਕਹਿ ਲਓ, ਮੋਹ ਕਹਿ ਲਓ, ਜਾਂ ਤ੍ਰਿਸ਼ਨਾ ਕਹਿ ਲਓ, ਬੰਦੇ ਦੀ ਭੁੱਖ ਕਹਿ ਲਓ, ਇਹੀ ਲੁਟੇਰੇ ਆ। ਬਾਹਰੋਂ ਕੋਈ ਨਹੀਂ ਆਉਂਦਾ, ਇਹ ਅੰਦਰ ਹੀ ਹੈ, ਇਹ ਆਪਣਾ ਮਨ ਹੀ ਹੈ। ਮਨ ਦੇਖੋ, ਮਨ ਦੀ ਗੱਲ ਆਈ, ਮਨ ਇੱਕ ਅਥਰੇ ਜਾਨਵਰ ਦੀ ਤਰ੍ਹਾਂ ਹੈ। ਕਹਿੰਦੇ ਕੋਈ ਅਥਰਾ ਭੁੱਜ ਰਿਹਾ ਪਸ਼ੂ ਹੋਵੇ ਨਾ, ਉੱਦਾਂ ਸਾਡਾ ਮਨ ਹੈ, ਚੌਕੂਟਾਂ ਵਿੱਚ ਦੌੜਦਾ ਹੈ। ਸਵੇਰ ਹੋਵੇ, ਸ਼ਾਮ ਹੋਵੇ, ਦੁਪਹਿਰ ਹੋਵੇ, ਇਹ ਦੌੜ ਰੁਕਦੀ ਨਹੀਂ, ਥੰਮਦੀ ਨਹੀਂ ਹੈ। ਇਹ ਸ਼ਾਮਾਂ ਦੀਆਂ ਭਾਵਨਾਵਾਂ ਰੁਕਦੀਆਂ ਨਹੀਂ। ਤੇ ਅਥਰੇ ਘੋੜੇ ਨੂੰ, ਅਥਰੇ ਜਾਨਵਰ ਨੂੰ ਬੰਨ੍ਹਦਾ ਕੌਣ ਹੈ? ਉਹ ਹੈ ਗੁਰੂ ਦਾ ਸ਼ਬਦ। ਸਾਰੇ 5 ਲੁਟੇਰਿਆਂ ਤੋਂ ਬਚਾਉਂਦਾ ਕੌਣ ਹੈ? ਉਹ ਹੈ ਗੁਰੂ ਦਾ ਸ਼ਬਦ, ਉਹ ਹੈ ਗੁਰੂ ਦੀ ਸਿੱਖੀ, ਗੁਰੂ ਦਾ ਹੁਕਮ, ਗੁਰੂ ਦਾ ਗਿਆਨ। ਇਹ ਅਥਰੇ ਘੋੜੇ ਨੂੰ, ਅਥਰੇ ਜਾਨਵਰ ਨੂੰ, ਇਹ ਮਨ ਨੂੰ ਗੁਰੂ ਦਾ ਗਿਆਨ ਹੀ ਬੰਨ੍ਹਣਾ ਕਰਦਾ ਹੈ। ਲੈ ਭਾਈ ਹੁਣ ਦੌੜ, ਕਿੱਦਾਂ ਦੌੜਨਾ? ਦੌੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਣਾ ਪ੍ਰਯਾਸ ਕਰਦਾ, ਯਤਨ ਕਰਦਾ ਹੈ, ਆਪਣੇ ਤੀਰ ਚਲਾਉਂਦਾ ਹੈ। ਜਿਹੜੇ 5 ਜਿਹਨਾਂ ਨੂੰ ਵਿਕਾਰ ਵੀ ਕਹਿੰਦੇ, ਡਾਕੂ ਵੀ ਕਹਿੰਦੇ, ਲੁਟੇਰੇ ਵੀ, ਦਰਿੰਦੇ ਵੀ ਕਹਿੰਦੇ ਹੈ, 5 ਸ਼ਕਤੀਆਂ ਵੀ ਹੈ। 5 ਨੂੰ ਸ਼ਕਤੀਆਂ ਵੀ ਕਿਹਾ ਗਿਆ। ਉਹ ਆਪਣੀਆਂ ਕਾਰਜ ਕਰਦੀਆਂ। ਮਨ ਨੇ ਵੀ ਆਪਣਾ ਕਾਰਜ ਕਰਨਾ, ਉਹ ਡਾਕੂ ਲੁਟੇਰੇ ਉਹ ਵੀ ਆਪਣਾ ਕਾਰਜ ਕਰਦੇ ਆ। ਪਰ ਗੁਰੂ ਦਾ ਗਿਆਨ ਜਿਹੜਾ ਨਾ ਬੰਨ੍ਹ ਕੇ ਰੱਖਦਾ ਉਹਨਾਂ ਨੂੰ। ਹਿਲੇ ਜੁਲ ਜ਼ਰੂਰ ਕਰਦੇ ਆ, ਪਰ ਗੁਰੂ ਦਾ ਗਿਆਨ ਦੌੜ ਦਿੰਦਾ ਹੀ ਨਹੀਂ, ਉਹ ਤੀਰ ਚਲਾਉਣ ਦਿੰਦਾ ਹੀ ਨਹੀਂ। ਤੀਰਾਂ ਦਾ ਅਸਰ ਨਹੀਂ ਹੁੰਦਾ ਜੀਵ 'ਤੇ। ਸੋ ਇਸੇ ਕਰਕੇ ਗੁਰੂਆਂ ਨੇ ਆਪਣਾ ਸਮਝਾਉਣਾ ਕੀਤਾ, ਭਾਈ ਗੁਰੂ ਨਾਲ ਜੁੜੋ, ਗੁਰੂ ਦੇ ਗਿਆਨ ਨਾਲ ਜੁੜੋ। ਕਿ ਬੰਦਿਆਂ ਲੁਟੇਰੇ ਲੁੱਟ ਲੈਣਗੇ, ਗੁਰਾਂ ਦੀ ਰਜ਼ਾ ਦੇ ਵਿੱਚ ਰਹੀਏ, ਕੋਈ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਈਏ, ਕੋਈ ਸਿੱਖੀ ਨਾਲ ਚੱਲਣਾ ਸਿੱਖ ਲਈਏ। ਜਿੱਦਾਂ ਗੁਰੂ ਕਹਿੰਦਾ ਹੈ ਨਾ, ਉਹਦਾ ਚੱਲਣਾ ਕਦੇ ਸਿੱਖ ਲਈਏ, ਉਹਦੀ ਰਜ਼ਾ ਵਿੱਚ ਰਹੀਏ, ਤੇ 5 ਲੁਟੇਰਿਆਂ ਤੋਂ ਬਚ ਸਕਦੇ ਹਾਂ, ਮੰਜ਼ਿਲ ਤੱਕ ਪਹੁੰਚ ਸਕਦੇ, ਆਨੰਦ ਤੱਕ ਪਹੁੰਚ ਸਕਦੇ ਹਾਂ। ਇਹ ਮਨ ਨੂੰ ਆਪਣਾ ਗੁਲਾਮ ਕਰ ਸਕਦੇ ਹਾਂ। ਬੰਦਾ ਜਿਹੜਾ ਮਨ ਦਾ ਗੁਲਾਮ ਹੋਇਆ ਹੈ, ਬੰਦਾ ਮਨ ਦਾ ਗੁਲਾਮ ਹੈ। ਜੇ ਸ਼ਬਦ ਗੁਰੂ ਦੀਆਂ ਰਹਿਮਤਾਂ ਹੋਵੇ, ਗੁਰੂ ਦੀ ਰਜ਼ਾ ਵਿੱਚ ਰਹਿਣਾ ਆ ਜਾਏ, ਤੇ ਮਨ ਸਾਡਾ ਗੁਲਾਮ ਹੋ ਸਕਦਾ ਹੈ, ਹੋ ਸਕਦਾ ਹੈ। ਸੋ ਬੰਦਿਆਂ ਲੁਟੇਰੇ ਲੁੱਟ ਲੈਣਗੇ, ਗੁਰਾਂ ਦੀ ਰਜ਼ਾ ਦੇ ਵਿੱਚ ਰਹੀਏ। ਹੁਣ ਗੁਰੂ ਦੀ ਰਜ਼ਾ ਕੀ ਹੈ? ਗੁਰੂ ਸਮਝਾਉਂਦਾ ਕੀ ਹੈ, ਕਿਹੜੇ ਪਾਸੇ ਤੋਰਦਾ ਹੈ? ਉਹ ਕਹਿੰਦਾ ਹੈ ਭਈ ਇੱਕ ਪਰਮਾਤਮਾ ਨੂੰ ਸਿਮਰੋ, ਇੱਕ ਰੱਬ ਨੂੰ ਸਿਮਰੋ, ਇੱਕ ਹਰੀ ਪਰਮਾਤਮਾ ਨੂੰ ਸਿਮਰੋ, ਇੱਕ ਸਿਰਜਣਹਾਰ ਜਿਹਨੇ ਸਿਰਜਿਆ, ਜਿਹਨੇ ਬੰਤ ਬਣਾਈਆਂ ਨਾ, ਸਭ ਦੇਵੀ ਦੇਵਤੇ, ਪੀਰਾਂ ਪੈਗੰਬਰਾਂ ਦੀ ਔਲੀਆਂ ਦੀਆਂ ਸਭ ਜੀਵਾਂ ਜਿਹਨੇ ਬੰਤ ਬਣਾਈਆਂ ਨਾ, ਸਿਰਜਣਹਾਰ ਨੂੰ ਕਹਿੰਦੇ ਸਿਮਰੋ। ਇਹ ਗੁਰਾਂ ਦੀ ਰਜ਼ਾ ਹੈ, ਇਹ ਗੁਰੂ ਦਾ ਹੁਕਮ ਹੈ। ਇੱਕ ਪਰਮਾਤਮਾ ਨੂੰ ਕਹਿੰਦੇ ਸਿਮਰੋ। ਤੇ ਇਹੀ ਗੱਲ ਕੋਈ ਗਿਆਨਾਤਮਾ ਸਮਝਾਉਣਾ ਕਰਦੇ ਆ ਬਾਣੀ ਅੰਦਰ। ਉਹਨੇ ਇੱਕ ਦੀ ਗੱਲ ਕੀਤੀ ਹੈ, ਇੱਕ ਨੂੰ ਸਿਮਰੋ ਭਾਈ। ਗੁਰਾਂ ਦੀ ਰਜ਼ਾ ਦੇ ਵਿੱਚ ਰਹੀਏ ਕਿ ਖੁਸ਼ੀ ਦੇ ਖਜ਼ਾਨੇ ਝੋਲੀ ਪੈਣਗੇ, ਉਹ ਮੰਜ਼ਿਲ ਤੱਕ ਪਹੁੰਚ ਸਕਦੇ ਆ, ਉਹ ਆਨੰਦ ਤੱਕ, ਜਿਹਨੂੰ ਪਰਮ ਸੁੱਖ ਕਹਿੰਦੇ ਆ, ਪਰਮ ਸੁੱਖ ਤੱਕ ਪਹੁੰਚ ਸਕਦੇ ਆ ਜੇ ਪਰਮਾਤਮਾ ਦਾ ਨਾਮ ਜਪਣਾ ਕਰ ਲਈਏ। ਕਿ ਸਾਰੇ ਸੁੱਖ ਹੀ ਉੱਥੇ ਆ। ਜੇ ਗੁਰੂ ਮਹਾਰਾਜ ਸਮਝਾਉਂਦੇ ਆ ਨਾ ਕਿ ਸਭ ਸੁਖ ਦਾਤਾ ਰਾਮ ਹੈ, ਦੂਜਾ ਨਹੀਂ ਕੋਈ। ਇਹ ਸਾਰੇ ਸੁੱਖਾਂ ਦਾ ਮਾਲਕ, ਪਾਲਕ, ਉਹ ਆਨੰਦ ਦੇਣ ਵਾਲਾ, ਸੁੱਖ ਦੇਣ ਵਾਲਾ, ਮੰਜ਼ਿਲ ਤੱਕ ਪਹੁੰਚਾਉਣ ਵਾਲਾ, ਜਿਹੜਾ ਖੁਦ ਹੀ ਮੰਜ਼ਿਲ ਹੈ, ਪਰਮਾਤਮਾ ਹੀ ਕਹਿੰਦੇ। ਇਸ ਕਰਕੇ ਗੁਰਾਂ ਨੇ ਇਸ਼ਾਰਾ ਉਧਰ ਕੀਤਾ, ਭਾਈ ਆ ਤੁਹਾਨੂੰ ਦਿੰਦੇ ਆ ਢੰਗ, ਆ ਤੁਹਾਨੂੰ ਦਿੰਦੇ ਆ ਜੁਗਤੀ, ਤੁਹਾਨੂੰ ਦਿੰਦੇ ਆ ਮੰਤਰ। ਇਹ ਮੰਤਰ ਦੇ ਨਾਲ ਇੱਕ ਪਰਮਾਤਮਾ ਨੂੰ ਕਹਿੰਦੇ ਸਿਮਰੋ। ਉਹਦੇ ਘਰ ਦੇ ਅੰਦਰ ਸਾਰੇ ਆਨੰਦ ਹੈ, ਸਾਰੇ ਸੁੱਖ ਹੈ, ਉਹੀ ਸਭਨਾਂ ਦੀ ਮੰਜ਼ਿਲ ਹੈ, ਉਹਨੂੰ ਕਹਿੰਦੇ ਸਿਮਰੋ। ਸੋ ਖੁਸ਼ੀ ਦੇ ਖਜ਼ਾਨੇ ਝੋਲੀ ਪੈਣਗੇ, ਨਾਮ ਪਰਮਾਤਮਾ ਦਾ ਲਈਏ। ਇਹ ਹੈ ਗੁਰਾਂ ਦੀ ਰਜ਼ਾ। ਉਹ ਕਹਿੰਦੇ ਨੇ ਕਿ ਸਭ ਸੁਖ ਦਾਤਾ ਰਾਮ ਹੈ। ਰਾਮ ਤੋਂ ਭਾਵ ਪਰਮਾਤਮਾ, ਕਾਲ ਪੁਰਖ, ਵਾਹਿਗੁਰੂ, ਅੱਲਾ, ਗੋਡ।
ਇਹ ਸਾਰੇ ਸੁੱਖਾਂ ਦਾ ਮਾਲਕ ਉਹ ਹੈ, ਸੁੱਖ ਦੇਣ ਵਾਲਾ, ਆਨੰਦ ਦੇਣ ਵਾਲਾ ਉਹੀ ਇੱਕੋ ਹੈ। ਹੁਣ ਗੁਰਾਂ ਨੇ ਦੂਸਰਾ ਇਸ਼ਾਰਾ ਕੀਤਾ ਕਿ ਦੂਸਰਾ ਵੀ ਕੋਈ ਹੈ, ਜਾਂ ਸੁੰਦਰ ਮਹਿਲ ਹੈ, ਜਾਂ ਸੁੰਦਰ ਮਹਿਲ ਹੈ, ਸੁੰਦਰ ਇਸਤਰੀ ਹੈ, ਉਹ ਸੁੰਦਰ ਆਪਣਾ ਧੀ ਪੁੱਤਰ ਹੈ, ਜਾਂ ਧਨ ਖਜ਼ਾਲੇ ਹੈ, ਜਾਂ ਜ਼ਮੀਨਾਂ ਹੈ, ਜਾਂ ਸੰਸਾਰ ਹੈ। ਦੂਸਰਾ ਇਸ਼ਾਰਾ ਗੁਰਾਂ ਨੇ ਕੀਤਾ ਹੀ ਨਹੀਂ ਕਿ ਦੂਸਰਾ ਵੀ ਹੈ, ਇੱਕ ਪਰਮਾਤਮਾ ਕਿ ਦੂਜਾ ਆ ਹੈ, ਕਿ ਸੁੱਖਾਂ ਦਾ ਸਾਗਰ, ਆਨੰਦ ਦਾ ਸਾਗਰ। ਦੂਜਾ ਉਹਨਾਂ ਨੇ ਕਿਹਾ ਹੀ ਨਹੀਂ ਕਿ ਦੂਜਾ ਹੈ ਵੀ ਕੋਈ ਨਹੀਂ। ਸਰਵ ਸੁੱਖ ਸਰਵ ਆਨੰਦ ਕਹਿੰਦੇ ਨਾ, ਉਹ ਰੱਬ ਦੇ ਸਿਮਰਨ ਦੇ ਵਿੱਚ ਹੈ, ਉੱਥੇ ਸਾਰੇ ਸੁੱਖ ਹੈ, ਉੱਥੇ ਸਾਰੇ ਆਨੰਦ ਹੈ। ਦੂਜਾ ਕਿਹਾ ਹੀ ਨਹੀਂ, ਕਿਹਾ ਦੂਜਾ ਵੀ ਹੈ, ਜਾਂ ਧਨ ਹੈ, ਦੌਲਤ ਹੈ, ਜਗੀਰਾਂ ਹੈ, ਧੀਆਂ ਪੁੱਤਰ ਹੈ, ਜਾਂ ਸੰਸਾਰ ਹੈ। ਕਹਿੰਦੇ ਨਹੀਂ, ਇੱਕੋ ਹੀ ਹੈ ਭਾਈ। ਸਭ ਸੁਖ ਦਾਤਾ ਰਾਮ ਹੈ, ਦੂਜਾ ਨਾ ਹੀ ਕੋਈ। ਦੂਜਾ ਕਹਿੰਦੇ ਹੈ ਹੀ ਨਹੀਂ ਕੋਈ ਜੋ ਤੁਹਾਨੂੰ ਸੁੱਖ ਦੇ ਸਕੇ, ਆਨੰਦ ਦੇ ਸਕੇ, ਮੰਜ਼ਿਲ ਤੱਕ ਪਹੁੰਚਾ ਸਕੇ, ਹੈ ਹੀ ਨਹੀਂ ਦੂਜਾ। ਜੇ ਹੁੰਦਾ ਤਾਂ ਗੁਰੂਆਂ ਨੇ ਨਾਲ ਦਰਜ ਕਰ ਦੇਣਾ ਸੀ, ਫਰਮਾ ਦੇਣਾ, ਸਮਝਾ ਦੇਣਾ ਸੀ, ਆ ਵੀ ਦੂਜਾ ਵੀ ਹੈਗਾ। ਸੋ ਦੂਜਾ ਨਹੀਂ ਹੈ। ਲੁਟੇਰਿਆਂ ਦੀ ਗੱਲ ਹੋਈ ਨਾ, ਲੁਟੇਰੇ ਭਾਈ ਬਾਹਰੋਂ ਨਹੀਂ ਆਉਂਦੇ, ਲੁਟੇਰੇ ਸਾਡੇ ਅੰਦਰ ਹੀ ਹੈ। ਕਿਸਾਨ ਛੱਟਾ ਦਿੰਦਾ ਹੈ, 100 ਦੇ 100 ਫਲਦੇ ਨਹੀਂ ਹੈ, 70% ਫਲਦੇ ਹੈ, ਬਾਕੀ ਕਮਾਂ ਚਿੜੀਆਂ ਲੈ ਜਾਂਦੇ ਆ। ਇੱਦਾਂ ਹੀ ਬੰਦੇ ਦਾ ਹਾਲ ਹੈ। ਗੁਰੂ ਵਾਲੇ ਤਾਂ ਬਹੁਤ ਹੁੰਦੇ ਹੈ, ਪਰ ਉਹ ਆਨੰਦ ਤੱਕ, ਉਹ ਮੰਜ਼ਿਲ ਤੱਕ, ਪਰਮ ਸੁੱਖ ਤੱਕ ਕੋਈ ਵਿਰਲੇ ਪਹੁੰਚਦਾ ਹੈ। ਨਹੀਂ ਤਾਂ ਬਾਕੀਆਂ ਨੂੰ ਇਹ ਸੰਸਾਰੀ ਵਿਕਾਰ ਜਿਹੜੇ ਨਾ, ਇਹੀ ਲੁੱਟ ਕੇ ਲੈ ਜਾਂਦੇ ਆ, ਅਵਗੁਣੀ ਲੁੱਟ ਕੇ ਲੈ ਜਾਂਦੇ ਆ। ਸੋ ਇਸ ਕਰਕੇ ਭਾਈ ਥੋੜ੍ਹੇ ਆਪਾਂ ਕੱਜੇ ਵੀ ਰਹਿਣਾ ਹੈ, ਥੋੜ੍ਹੀ ਆਪਣੇ ਆਪ ਨੂੰ ਸਿਮਰਨ ਦੀ ਹਵਾ ਵੀ ਦੇਣੀ ਹੈ, ਇੱਕ ਬੀਜ ਦੀ ਤਰ੍ਹਾਂ। ਉਸੇ ਵਿਸ਼ੇ ਤੇ ਆ ਜਾਂਦੇ ਆ, ਥੋੜ੍ਹੇ ਕੱਜੇ ਵੀ ਰਹਿਣਾ ਹੈ ਤੇ ਥੋੜ੍ਹੀ ਸਿਮਰਨ ਦੀ ਹਵਾ ਵੀ ਦੇਣੀ ਹੈ। ਬਹੁਤਾ ਦੱਬਣਾ ਵੀ ਨਹੀਂ ਹੈ ਤੇ ਬਹੁਤਾ ਜ਼ਾਹਰ ਵੀ ਨਹੀਂ ਹੋਣਾ। ਜਿਹੜੇ ਜ਼ਾਹਰ ਹੋ ਜਾਂਦੇ ਆ ਉਹਨਾਂ ਤਾਂ ਮੈਂ ਰੂਪੀ, ਹੰਕਾਰ ਰੂਪੀ ਜਿਹੜੇ ਲੁਟੇਰੇ ਹੁੰਦੇ ਆ, ਇਹੀ ਲੁੱਟ ਕੇ ਲੈ ਜਾਂਦੇ ਆ। ਜਿਹੜੇ ਜ਼ਾਹਰ ਹੁੰਦੇ ਆ ਭਾਈ ਮੈਂ ਤਾਂ ਇੱਦਾਂ, ਮੈਂ ਤਾਂ ਇੱਦਾਂ। ਇਸ ਕਰਕੇ ਆਪਣੇ ਆਪ ਨੂੰ ਕੱਜਣਾ ਵੀ ਹੈ। ਸੋ ਗੁਰੂਆਂ ਦਾ ਸਮਝੌਤਾ, ਗੁਰਾਂ ਦਾ ਉਪਦੇਸ਼। ਦੇਖੋ ਜਿੰਨੇ ਵੀ ਗੁਰੂ ਰਹਿਬਰ ਹੋਏ ਆ ਨਾ, ਉਹ ਸਮੁੱਚੀ ਮਾਨਵਤਾ ਨੂੰ ਇੱਕੋ ਉਪਦੇਸ਼ ਦਿੱਤਾ ਹੈ, ਇੱਕੋ ਸੁਨੇਹਾ ਦਿੱਤਾ ਹੈ। ਉਹ ਸਾਰਿਆਂ ਦੇ ਹੀ ਹੈ, ਸਾਰਾ ਸੰਸਾਰ ਹੀ ਉਹਨਾਂ ਦਾ ਆਪਣਾ ਹੈ। ਜੇ ਕਹਿੰਦੇ ਨੇ ਪੰਛੀ ਵਾਂਗ ਵਿੱਚ ਦਾ ਜਗ ਵਿੱਚ ਜੋ ਇਨਸਾਨ, ਉਸ ਬੰਦੇ ਲਈ ਆਪਣਾ ਸਾਰਾ ਕੁੱਲ ਜਹਾਨ। ਪੰਛੀ ਤੇ ਦਰਵੇਸ਼। ਹੁਣ ਸੰਤਾਂ ਗੁਰੂਆਂ ਰਹਿਬਰਾਂ ਨੂੰ ਪੰਛੀ ਨਾਲ ਜੋੜਿਆ ਗਿਆ ਹੈ, ਰੁੱਖਾਂ ਨਾਲ ਜੋੜਿਆ ਗਿਆ ਹੈ। ਜਿਹਦਾ ਰੁੱਖ ਹੈ ਇੱਦਾਂ ਹੀ ਕਹਿੰਦੇ ਸੰਤ ਹੈ, ਜਿਹਦਾ ਕਹਿੰਦੇ ਪੰਛੀ ਹੈ ਇੱਦਾਂ ਹੀ ਕਹਿੰਦੇ ਸੰਤ ਹੈ। ਹੁਣ ਪੰਛੀ ਵਾਸਤੇ ਸਾਰਾ ਸੰਸਾਰ ਹੀ ਉਹਦਾ ਆਪਣਾ ਹੈ, ਰੁੱਖਾਂ ਵਾਸਤੇ ਸਾਰਾ ਸੰਸਾਰ ਹੀ ਆਪਣਾ ਹੈ। ਸਾਰਿਆਂ ਨੂੰ ਫਲ ਫੁੱਲ ਮੇਵੇ ਦਿੰਦੇ ਹੈ। ਪੰਛੀ ਵਾਸਤੇ ਸਾਰਾ ਸੰਸਾਰ ਹੀ ਉਹਦਾ ਆਪਣਾ ਹੈ। ਉਹਦੇ ਵਾਸਤੇ ਕੋਈ ਬੰਦਿਸ਼ ਨਹੀਂ ਹੈ, ਜਾਂ ਕੋਈ ਸਾਗਰ ਉਹਨੂੰ ਬੰਨ੍ਹ ਸਕੇ, ਜਾਂ ਕੋਈ ਨਦੀ ਉਹਨੂੰ ਬੰਨ੍ਹ ਸਕੇ। ਜਿੱਦਾਂ ਬਾਰਡਰ ਬਣ ਗਏ ਨਾ, ਸਰਹੱਦਾਂ ਬਣ ਗਈਆਂ, ਕੋਈ ਸਰਹੱਦ ਪੰਛੀ ਨੂੰ ਰੋਕ ਨਹੀਂ ਸਕਦੀ। ਲੈ ਵੀ ਤੇਰੀ, ਤੂੰ ਭਾਰਤ ਦੇਸ਼ ਦਾ ਤੇ ਆ ਪਾਕਿਸਤਾਨ 'ਚ ਕਿੱਦਾਂ ਆ ਗਿਆ? ਤੇਰੇ ਵਾਸਤੇ ਬਾਰਡਰ ਬਣਾਇਆ, ਸਰਹੱਦ ਬਣਾਈ ਹੈ। ਪੰਛੀ ਵਾਸਤੇ ਸਾਰਾ ਜਹਾਨ ਹੀ ਆਪਣਾ ਹੈ, ਸੰਤਾਂ ਵਾਸਤੇ ਵੀ ਇੱਦਾਂ ਹੀ ਹੈ। ਸੰਤਾਂ ਦਾ ਉਪਦੇਸ਼, ਸੰਤਾਂ ਦੀ ਸਿੱਖੀ ਕਿ ਸਾਰੇ ਇੱਕੋ ਹੀ ਹੈ, ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ। ਵਿੱਚ ਇਹੋ ਜਿਹੇ ਜੀਵ ਹੁੰਦੇ ਆ, ਹੁਣ ਇਹ ਆਪਾਂ ਧਿਆਨ ਕਰਨਾ ਕਿ ਆਪਾਂ ਉਹਨਾਂ ਦੀ ਗਿਣਤੀ ਵਿੱਚ ਨਾ ਆਈਏ। ਵੈਸੇ ਤਾਂ ਆਪਣਾ ਸਮਾਜ, ਆਪਣਾ ਪਰਿਵਾਰ ਇਸ ਗਿਣਤੀ ਵਿੱਚ ਹੈ ਵੀ ਨਹੀਂ ਹੈ, ਕੁਝ ਲੋਕ ਹੈ। ਹੁਣ ਸੰਤ ਰਹਿਬਰ ਸਾਰਿਆਂ ਦੇ ਸਾਂਝੇ ਹੋਏ ਹੈ, ਇੱਕੋ ਸਾਰਿਆਂ ਨੂੰ ਸੁਨੇਹਾ ਦਿੱਤਾ ਹੈ, ਇੱਕੋ ਉਪਦੇਸ਼ ਦਿੱਤਾ ਹੈ, ਸਾਰਿਆਂ ਨੂੰ ਸਾਂਝਾ ਗਿਆਨ ਦਿੱਤਾ ਹੈ, ਉਹ ਸਾਰਿਆਂ ਦੇ ਹੀ ਹੈ। ਪਰ ਕੁਝ ਇਹੋ ਜਿਹੇ ਜੀਵ ਹੁੰਦੇ ਆ ਕਿ ਬੰਦਾ ਇੱਕ ਸਤਸੰਗ ਕਰ ਰਿਹਾ ਹੈ, ਰੱਬ ਦਾ ਪਿਆਰਾ, ਗੁਰੂ ਦਾ ਪਿਆਰਾ, ਗਿਆਨ ਦੇ ਪ੍ਰਕਾਸ਼ ਕਰ ਰਿਹਾ ਹੈ। ਹੁਣ ਬੰਦਾ ਕਹਿੰਦਾ ਕਿ ਹਾਂ ਵੀ ਗਿਆਨ ਤਾਂ ਬਹੁਤ ਸੋਹਣਾ ਕਰਦਾ ਹੈ, ਸਤਸੰਗ ਤਾਂ ਬਹੁਤ ਸੋਹਣਾ ਕਰਦਾ, ਸੋਹਲੇ ਬੜੇ ਪਿਆਰੇ ਗਾਉਂਦਾ ਹੈ ਰੱਬ ਦੇ, ਪਰ ਸਾਡਾ ਇਹ
ਧਰਮੀ ਪੁਰਖ ਹੈ ਨਹੀਂ। ਜੋ ਇਹਦਾ ਧਰਮ ਹੈ ਇਹ ਹੋਰ ਧਰਮ ਦਾ, ਸਾਡਾ ਧਰਮ ਹੋਰ ਹੈ, ਇਹਦਾ ਗੁਰੂ ਹੋਰ ਹੈ ਤੇ ਸਾਡਾ ਗੁਰੂ ਹੋਰ ਹੈ। ਇਸ ਕਰਕੇ ਆਪਾਂ ਇਹਦੇ ਕੋਲ ਬਹਿਣਾ ਪਸੰਦ ਨਹੀਂ ਕਰਦੇ, ਖੜਿਆ ਹੋਣਾ ਪਸੰਦ ਨਹੀਂ ਕਰਦੇ। ਜਿੱਥੇ ਇਹ ਪ੍ਰਵਚਨ ਕਰਦਾ ਉੱਥੇ ਆਪਾਂ ਬਹਿ ਨਹੀਂ ਸਕਦੇ, ਕਿਉਂਕਿ ਇਹਦਾ ਗੁਰੂ ਹੋਰ ਹੈ, ਸਾਡਾ ਗੁਰੂ ਹੋਰ ਹੈ, ਇਹ ਧਰਮ ਹੋਰ ਹੈ, ਸਾਡਾ ਧਰਮ ਹੋਰ ਹੈ, ਇਹ ਜਾਤੀ ਹੋਰ ਹੈ, ਸਾਡੀ ਜਾਤੀ ਹੋਰ ਹੈ। ਸੋ ਇਹੋ ਜਿਹੇ ਵੀ ਜੀਵ ਹੁੰਦੇ ਆ, ਕਿਉਂਕਿ ਆਪਾਂ ਸ਼ਹਿਰ ਦੇ ਅੰਦਰ ਕੰਮ ਕਰਦੇ ਨਾਲ ਇੱਕ ਜੀਵ ਹੈ, ਉਹਨਾਂ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ, ਪਰ ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਹੋਰ, ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਹੋਰ। ਇੱਕ ਰਵਿਦਾਸੀਆ ਭਾਈ ਹੈ, ਉਹ ਕਹਿੰਦਾ ਭਾਈ ਤੁਹਾਡੀ ਤਾਲਮੇਲ ਨਹੀਂ ਮਿਲਣੀ, ਕਿਉਂਕਿ ਇਹਦੀ ਲੈਣ ਵੱਖਰੀ ਹੈ, ਤੇਰੀ ਲੈਣ ਵੱਖਰੀ ਹੈ। ਇਹ ਹੋਰ ਲੈਣ ਦਾ ਹੈ ਤੇ ਤੇਰੀ ਲੈਣ ਹੋਰ ਹੈ। ਇਹਦੇ ਕੋਲ ਮੱਤ ਜਿਹੜੀ ਹੈ ਬ੍ਰਾਹਮਣ ਮੱਤ ਹੈ, ਤੇਰੇ ਕੋਲ ਜਿਹੜੀ ਮੱਤ ਹੈ ਗੁਰੂ ਮੱਤ ਹੈ, ਤੁਹਾਡੀ ਤਾਂ ਤਾਲਮੇਲ ਬਣਨੀ ਨਹੀਂ, ਨਾ ਅੱਜ ਤੱਕ ਬਣੀ ਹੈ। ਆਪਾਂ ਕਿਹਾ ਕੋਈ ਗੱਲ ਨਹੀਂ ਭਾਈ, ਲੈਣਾ ਹੋਰ ਹੈ, ਮੰਜ਼ਿਲ ਤਾਂ ਇੱਕੋ ਹੀ ਹੈ ਨਾ। ਪਟਰੀ ਅਲੱਗ ਅਲੱਗ ਹੋ ਸਕਦੀ ਹੈ, ਇਹ ਰੋਡ ਅਲੱਗ ਹੋ ਸਕਦੇ ਹੈ, ਪਰ ਜਿਹੜੀ ਮੰਜ਼ਿਲ ਹੈ ਉਹ ਤਾਂ ਇੱਕੋ ਹੀ ਹੈ ਨਾ। ਕੋਈ ਗੱਲ ਨਹੀਂ ਮਤ ਰਲਦੀ ਤਾਂ। ਸੋ ਬੰਦੇ ਦੀ ਸੋਚ ਦੀ ਗੱਲ ਹੈ ਕਿ ਸੋਚ ਬੰਦੇ ਦੀ ਕਿੰਨੀ ਕੁ ਉੱਚੀ ਹੈ ਤੇ ਸੋਚ ਬੰਦੇ ਕਿੰਨੀ ਕੁ ਨੀਵੀਂ ਹੈ। ਹੁਣ ਕਹਿਣ ਵਾਲੇ ਕਹਿੰਦੇ ਭਾਈ ਬੰਦਾ ਸਤਸੰਗ ਵਧੀਆ ਕਰਦਾ, ਗਿਆਨ ਵਧੀਆ ਕਰਦਾ, ਪਰ ਸਾਡੇ ਧਰਮ ਦਾ ਹੈ ਨਹੀਂ, ਸਾਡਾ ਗੁਰੂ ਭਾਈ ਹੈ ਨਹੀਂ। ਜੇ ਸਾਡਾ ਗੁਰੂ ਭਾਈ ਹੁੰਦਾ, ਸਾਡੇ ਸਮਾਜ ਦਾ ਹੁੰਦਾ ਤਾਂ ਆਪਾਂ ਕੋਲ ਬਹਿੰਦੇ। ਪਰ ਜੇ ਗੁਰੂਆਂ ਦੀ ਸਿੱਖੀ ਵੱਲ ਗੱਲ ਕਰੀਏ ਤੇ ਉਹਨਾਂ ਕੋਲ ਇਹ ਗੱਲਾਂ ਬਾਤਾਂ ਹੈ ਨਹੀਂ। ਹੁਣ ਗੁਰੂ ਤਾਂ ਬਈ ਗੱਲ ਤਾਂ ਗਿਆਨ ਲੈਣ ਦੀ ਹੈ। ਹੁਣ ਇੱਥੇ ਬੰਦੇ ਨੇ ਗਿਆਨ ਨੂੰ ਵੀ ਨਾ ਜਾਤਾਂ ਮਜੂਆ 'ਚ ਬਣ ਦਿੱਤਾ। ਗੱਲ ਤਾਂ ਗਿਆਨ ਲੈਣ ਦੀ ਹੈ ਨਾ, ਕਿ ਆਪਾਂ ਤਾਂ ਇਹ ਗਿਆਨ ਲੈਣਾ, ਸਾਨੂੰ ਭੁੱਖ ਜਿਹੜੀ ਉਹ ਗਿਆਨ ਦੀ ਹੈ। ਗਿਆਨ ਨੇ ਤੁਹਾਡੇ ਰਾਹ ਰੋਸ਼ਨ ਕਰਨੇ ਆ, ਸਾਨੂੰ ਗਿਆਨ ਲੈਣ ਦੀ ਗੱਲ ਹੈ। ਅੱਗੇ ਬੰਦਾ ਜਿਹੜਾ ਮਰਜ਼ੀ ਹੈ, ਸੰਤ ਜਿਹੜਾ ਮਰਜ਼ੀ ਹੈ, ਗੁਰੂ ਪੀਰ ਜਿਹੜਾ ਮਰਜ਼ੀ ਹੈ, ਅਸੀਂ ਤਾਂ ਗਿਆਨ ਲੈਣਾ। ਇੱਦਾਂ ਕਰਦੇ ਭਈ ਇਹ ਈਸਾਈ ਹੈ, ਕਹਿੰਦੇ ਸਾਡਾ ਗੁਰੂ ਵੀ ਈਸਾਈ ਧਰਮ 'ਚ ਹੋਵੇ, ਸਿੱਖ ਹੈ ਗੁਰੂ ਵੀ ਸਿੱਖ ਧਰਮ 'ਚ ਹੋਵੇ। ਪਰ ਇੱਦਾਂ ਜੇ ਆਦਿਵਾਸੀ ਸਮਾਜ ਹੈ, ਉਹਨਾਂ ਕੋਲ ਗੱਲਾਂ ਬਾਤਾਂ ਹੈ ਨਹੀਂ। ਉਸ ਉਹਨਾਂ ਦਾ ਅਦਬ ਕਰਦੇ, ਸਤਿਕਾਰ ਕਰਦੇ ਹੈ। ਆਪਣੇ 'ਚ ਭਾਵੇਂ ਪਰਿਵਾਰ 'ਚ ਜਿਹੜੇ ਗੁਰੂ ਹੋਏ, ਰਹਿਬਰ ਹੋਏ, ਯੋਧੇ ਸੂਰਮੇ ਹੋਏ ਹੈ, ਉਹਨਾਂ ਭਾਵੇਂ ਅਦਬ ਸਤਿਕਾਰ ਕਰਨ ਚਾਹੇ ਨਾ ਕਰਨ, ਪਰ ਜੋ ਦੂਜੇ ਸਮਾਜ ਦੇ ਹੈ ਉਹਨਾਂ ਅਦਬ ਪਹਿਲਾਂ ਕਰਨਾ ਉਹਨਾਂ ਨੇ। ਪਰ ਉਹਨਾਂ ਕੋਈ ਗੱਲਾਂ ਬਾਤਾਂ ਹੈ ਨਹੀਂ। ਕਹਿਣ ਵਾਲੇ ਕਹਿੰਦੇ ਭਾਈ ਸਾਡਾ ਗੁਰੂ ਭਾਈ ਨਹੀਂ ਹੈ, ਸਾਡੇ ਧਰਮ ਦਾ ਨਹੀਂ ਹੈ, ਮਜਦਾ ਨਹੀਂ ਹੈ। ਗਿਆਨ ਤਾਂ ਜੋ ਚੰਗਾ ਕਰਦਾ ਠੀਕ ਹੈ, ਕੋਈ ਗੱਲ ਨਹੀਂ, ਕਰਦਾ ਰਹੇ, ਆਪਾਂ ਕਿਹੜਾ ਸੁਣਨੀ ਹੈ, ਸਾਨੂੰ ਲੋੜ ਹੀ ਨਹੀਂ। ਸੋ ਇਹੋ ਜਿਹੇ ਜੀਵ ਜਿਹੜੇ ਹੁੰਦੇ ਨਾ, ਉਹ ਆਨੰਦ ਤੱਕ ਪਹੁੰਚ ਪਾਉਂਦੇ ਨਹੀਂ ਗੇ। ਉਹ ਆਪਣੇ ਆਪ ਨੂੰ ਸ਼ਾਂਤ ਸਕੂਨ ਪਾਉਂਦੇ ਨਹੀਂ ਹੈ ਕਿ ਸ਼ਾਂਤੀ ਪਾਉਣ, ਸਕੂਨ ਪਾਉਣ, ਆਨੰਦ ਪਾਉਣ, ਮੰਜ਼ਿਲ ਤੱਕ ਪਹੁੰਚ ਸਕਣ, ਕਦੇ ਪਹੁੰਚ ਸਕਦੇ ਨਹੀਂ। ਇਹੋ ਜਿਹੇ ਜੋ ਕਹਿੰਦੇ ਭਾਈ ਇਹਦਾ ਧਰਮ ਹੋਰ ਹੈ, ਇਹਦਾ ਗੁਰੂ ਹੋਰ ਹੈ, ਇਹ ਜਾਤੀ ਹੋਰ ਹੈ। ਸਤਸੰਗ ਭਾਵੇਂ ਲੱਖ ਚੰਗਾ ਕਰਦਾ ਪਰ ਬਹਿ ਨਹੀਂ ਸਕਦੇ ਆਪਾਂ ਕੋਲੇ ਦੇ। ਇਹੋ ਜਿਹੇ ਉਹਨਾਂ ਤੱਕ ਨਹੀਂ ਪਹੁੰਚਦੇ। ਸੋ ਕਹਿਣ ਦਾ ਭਾਵ ਕਿ ਨਾਮਧਾਰੀ ਆਪਾਂ ਹੋਏ ਹਾਂ, ਗੁਰੂ ਵਾਲੇ ਹਾਂ, ਪਰ ਸਾਡੇ ਮਨ 'ਚ ਕਦੇ ਵਿਚਾਰ ਨਾ ਆਵੇ ਭਾਈ ਉਹਦਾ ਗੁਰੂ ਹੋਰ ਹੈ, ਸਾਡੀ ਤਾਲਮੇਲ ਨਹੀਂ, ਸਾਡਾ ਪ੍ਰੇਮ ਨਹੀਂ ਗਾ। ਸਭਨਾਂ ਨਾਲ ਪ੍ਰੇਮ ਕਰਨਾ ਹੈ, ਨਫ਼ਰਤ ਕਿਸੇ ਨਾਲ ਨਹੀਂ ਕਰਨੀ, ਤੇ ਸਾਰਿਆਂ ਦਾ ਅਦਬ ਕਰਨਾ, ਸਤਿਕਾਰ ਕਰਨਾ ਹੈ। ਸੋ ਆਪਣਾ ਪਰਿਵਾਰ, ਆਪਣਾ ਸਮਾਜ ਤਾਂ ਅੱਜ ਤੱਕ ਸਾਂਝੀਵਾਲਤਾ ਲੈ ਕੇ ਤੁਰਿਆ ਹੀ ਹੈ, ਇਹ ਸਾਂਝੀਵਾਲਤਾ ਹੋਰ ਨਾ ਵਿੱਚ ਵੀ ਹੋਵੇ। ਸੋ ਰੱਬ ਨੇ, ਪਰਮਾਤਮਾ ਨੇ ਇਹਨਾਂ ਅੰਦਰ ਸਾਂਝੀਵਾਲਤਾ ਘੁੱਟ-ਘੁੱਟ ਕੇ ਭਰੀ ਹੈ, ਪਰ ਅੱਗੇ ਉਹ ਨਹੀਂ ਮਿਲਦੀ, ਉਹ ਸਾਂਝੀਵਾਲਤਾ ਅੱਗੇ ਉਹ ਪ੍ਰੇਮ ਨਹੀਂ ਮਿਲਦਾ। ਇੱਧਰ ਤਾਂ ਪੂਰਾ ਹੀ ਹੈ। ਸੋ ਇਹ ਆਪਾਂ ਕਾਇਮ ਰੱਖਣਾ ਹੈ। ਗੁਰੂ ਚਾਹੇ ਅਗਲੇ ਦਾ ਕੋਈ ਹੈ, ਸੰਤ ਅਗਲੇ ਦਾ ਕੋਈ ਵੀ ਹੈ, ਉਹ ਸਭਨਾਂ ਨਾਲ ਸਾਂਝੀਵਾਲਤਾ ਨਾਲ, ਪ੍ਰੇਮ ਨਾਲ ਰਹਿਣਾ। ਮੈਂ ਸੋਚਦੀ ਗੱਲ ਹੈ ਕਿ ਹੁਣ ਜੇ ਬੰਦਾ ਧਰਮਾਂ ਵਿੱਚ ਪੈ ਜਾਏ, ਗੁਰੂਆਂ ਵਿੱਚ ਪੈ ਜਾਏ, ਮੰਜ਼ਿਲ ਤੱਕ ਪਹੁੰਚ ਸਕਦਾ ਹੀ ਨਹੀਂਗਾ। ਹੁਣ ਜਦੋਂ ਗੁਰੂ ਮਹਾਰਾਜ ਆਪ ਤੱਕ ਹਾਜ਼ਰ ਸੀ ਤੇ ਕੀ ਗੱਲ ਉਹਨਾਂ ਨੇ ਸ਼ਬਦ ਉਚਾਰਿਆ ਕਿ ਅਸੀਂ ਭਾਈ ਆਹੀ ਕੁੱਲ 'ਤੇ ਪੈਦਾ ਹੋਏ ਹਾਂ, ਆਹ ਸਮਾਜ 'ਚ ਪੈਦਾ ਹੋਏ ਹਾਂ, ਇਹ ਸਮਾਜ ਆਪਣਾ ਹੈ, ਅਸੀਂ ਆਹ ਸਮਾਜ ਦੇ ਗੁਰੂ ਹਾਂ ਭਾਈ। ਉਹਨੇ ਮੋਹਰਾਂ ਤਾਂ ਲਾਈਆਂ ਹੀ ਨਹੀਂ, ਲੈਵਲ ਲਾਏ ਨੇ,
ਅੱਗੇ ਆ ਕੇ ਬੰਦਿਆਂ ਨੇ ਲੈਵਲ ਲਾ ਲਿਆ ਕਿ ਆ ਵੀ ਆਹ ਗੁਰੂ ਸਾਡਾ ਹੈ ਭਾਈ, ਆਹ ਗ੍ਰੰਥ ਸਾਡਾ, ਆ ਬਈ ਸਾਡਾ ਹੈ, ਹੋਰ ਕਿਸੇ ਦਾ ਹੈ ਹੀ ਨਹੀਂ। ਆਪਣੇ ਦਾ ਅਦਬ ਹੈ, ਸਤਿਕਾਰ ਹੈ, ਬਾਕੀਆਂ ਦਾ ਸਤਿਕਾਰ ਹੀ ਕੋਈ ਨਹੀਂ। ਮੋਹਰਾਂ ਲਾ ਕੇ ਬਹਿ ਗਏ। ਜਦੋਂ ਗੁਰੂ ਹਾਜ਼ਰ ਨਾਜ਼ਰ ਪ੍ਰਤੱਖ ਸੀ, ਉਹਨੇ ਇਹੋ ਜਿਹੀ ਮੋਹਰਾਂ ਲਾਈਆਂ ਹੀ ਨਹੀਂ। ਇਹ ਤਾਂ ਗੁਰੂ ਨਾਨਕ ਦੇਵ ਜੀ ਉਹਨੇ ਆਪਣੇ ਆਪ ਤੇ ਮੋਹਰ ਲਾਈ ਹੋਵੇ, ਲਈ ਪਸੀ ਸੀ ਇਹਨਾਂ ਦੇ ਗੁਰੂ ਆ। ਕੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਕਿਹਨਾਂ ਦੇ ਗੁਰੂ ਹੈ? ਇਹਨਾਂ ਦੇ ਗੁਰੂ ਆ ਕਹਿੰਦੇ, ਤੇ ਬਾਕੀਆਂ ਦੇ ਗੁਰੂ ਹੈ ਨਹੀਂ ਉਹ। ਜੇ ਉਹਨਾਂ ਦੀ ਭਾਵਨਾ ਇਹ ਹੁੰਦੀ, ਉਹਨੇ ਆਪਣੇ ਆਪ ਦੀ ਮੋਹਰ ਲਾਈ ਹੁੰਦੀ ਕਿ ਅਸੀਂ ਇਹਨਾਂ ਦੇ ਗੁਰੂ ਆ, ਬਾਕੀਆਂ ਦੇ ਗੁਰੂ ਨਹੀਂ, ਤੇ ਚੌਂਕੂਟਾ ਵਿੱਚ ਜਾਂਦੇ ਹੋ ਕਿਉਂ? ਚੌਕੂਟਾ ਵਿੱਚ ਕਿਉਂ ਹੀ ਆ ਕੇ ਯਾਤਰਾ ਕਰਦੇ, ਕਿਉਂ ਜਾ ਕੇ ਗਿਆਨ ਬਖਸ਼ਿਸ਼ ਕਰਦੇ, ਕਿਉਂ ਸੋਝੀ ਦਿੰਦੇ? ਉਹਨਾਂ ਨੂੰ ਲੋੜ ਹੀ ਹੈ ਨਹੀਂ ਜਾਣ ਦੀ। ਜੇ ਉਹਨੇ ਆਪਣੇ ਆਪ ਤੇ ਮੋਹਰ ਲਾਈ ਹੁੰਦੀ ਤਾਂ। ਉਹਨੇ ਆਪਣੇ ਆਪ ਤੇ ਮੋਹਰਾਂ ਨਹੀਂ ਲਾਈਆਂ, ਇਹ ਤਾਂ ਅੱਗੇ ਜਾ ਕੇ ਲੋਕਾਂ ਨੇ ਮੋਹਰਾਂ ਲਾ ਲਈ, ਆ ਸਾਡੇ ਗੁਰੂ ਹੈ ਭਾਈ, ਇਹ ਸਾਡੇ ਗੁਰੂ ਹੈ, ਇਹਦਾ ਅਦਬ ਕਰਨਾ, ਸਤਿਕਾਰ ਕਰਨਾ ਹੈ। ਬਾਕੀ ਦਾ ਆਪਾਂ ਸਤਿਕਾਰ ਨਹੀਂ ਕਰਦੇ, ਬਹਿੰਦੇ ਹੀ ਨਹੀਂ ਆਪਾਂ ਉਹਨਾਂ ਕੋਲ, ਕਿਉਂਕਿ ਸਾਡੇ ਗੁਰੂ ਹੈ ਹੀ ਨਹੀਂ ਉਹ, ਸਾਡੇ ਨਾਲ ਗੁਰੂ ਭਾਈ ਹੈ। ਸੋ ਉਹਨਾਂ ਨੇ ਮੋਹਰਾਂ ਨਹੀਂ ਲਾਈਆਂ, ਬੰਦਾ ਮੋਹਰਾਂ ਲਾ ਕੇ ਬਹਿ ਗਿਆ, ਸੋਚ ਦੀ ਗੱਲ ਹੈ। ਹੁਣ ਇੱਦਾਂ ਹੀ ਦੇਖੋ, ਹਜ਼ਰਤ ਈਸਾ ਮਸੀਹ ਹੋਏ ਹੈ, ਤੇ ਮੁਹੰਮਦ ਸਾਹਿਬ ਹੋਏ ਹੈ, ਭਾਰਤ ਦੇਸ਼ ਵਿੱਚ ਹੋਏ ਨਹੀਂ ਉਹ, ਭਾਰਤ ਤੋਂ ਬਾਹਰਲੇ ਦੇਸ਼ ਦੇ ਸੀ, ਪਰ ਉਹਨਾਂ ਦੀ ਸਿੱਖੀ ਦੇ ਜੋ ਪ੍ਰਕਾਸ਼ ਹੋਏ ਹੈ, ਉਹਨਾਂ ਦੇ ਉਪਦੇਸ਼ ਨੂੰ, ਉਹਨਾਂ ਦੇ ਗਿਆਨ ਨੂੰ ਜਿਹਨਾਂ ਨੇ ਮੰਨ ਲਿਆ, ਉਹਨਾਂ ਦੇ ਮਸੀਹੇ ਹੋ ਗਏ, ਗੁਰੂ ਹੋ ਗਏ, ਸੰਤ ਹੋ ਗਏ, ਪੈਗੰਬਰ ਹੋ ਗਏ। ਹਜ਼ਰਤ ਮੁਹੰਮਦ ਸਾਹਿਬ ਦੇ ਮੰਨਣ ਵਾਲੇ ਮੰਨਦੇ ਹੀ ਉਹਨਾਂ ਨੂੰ, ਹੈ ਕਿੱਥੇ ਦੇ ਸੀ, ਕਰਨੀ ਕਿੱਥੇ ਕੀਤੀ, ਉਪਦੇਸ਼ ਇੱਥੇ ਚੱਲਦੇ ਆ ਉਹਨਾਂ ਦਾ। ਜਿਹਨਾਂ ਨੇ ਮੰਨ ਲਿਆ, ਉਹਨਾਂ ਦੇ ਗੁਰੂ ਹੋ ਗਏ, ਸੰਤ ਹੋ ਗਏ, ਰਹਿਬਰ ਹੋ ਗਏ। ਨਹੀਂ ਤਾਂ ਹਜ਼ਰਤ ਈਸਾ ਮਸੀਹ ਕਿੱਥੇ ਪੈਦਾ ਹੋਏ, ਕਿੱਥੇ ਕਰਨੀ ਕੀਤੀ, ਅੱਜ ਭਾਰਤ ਅੰਦਰ ਹੀ ਪੂਜੇ ਜਾ ਰਹੇ ਆ। ਉਪਦੇਸ਼ ਨੂੰ ਮੰਨਿਆ, ਜਿਹਨੇ ਮੰਨ ਲਿਆ, ਉਹਨਾਂ ਦੇ ਬਾਰੇ ਨਿਆਰੇ ਹੋ ਗਏ। ਗੱਲ ਮੰਨਣ ਦੀ ਹੈ, ਗੱਲ ਆਪਣੀ ਸੋਚ ਦੀ ਹੈ। ਇੱਦਾਂ ਕਹਿੰਦੇ ਨੇ ਕਿ ਰਵਿਦਾਸ ਭਾਈ ਇਹਨਾਂ ਦੇ ਗੁਰੂ ਹੈ, ਰਵਿਦਾਸ ਜੀ ਇਹਨਾਂ ਦੇ ਗੁਰੂ ਹੈ, ਤੇ ਗਿਆਨ ਸਾਰੇ ਲੈ ਰਹੇ ਬਾਣੀ ਤੋਂ, ਤੇ ਗੁਰੂ ਇਹਨਾਂ ਦੇ ਹੈ, ਹੋਰ ਉਹਨਾਂ ਦੇ ਗੁਰੂ ਹੈ ਨੇ। ਦੂਜਾ ਆਪਣਾ ਗੁਰੂ ਮੰਨਦਾ ਹੀ ਨਹੀਂ, ਗਿਆਨ ਲੈ ਰਿਹਾ ਹੈ, ਸਿੱਖਿਆ ਲੈ ਰਿਹਾ, ਪਰ ਗੁਰੂ ਮੰਨਦਾ ਨਹੀਂ। ਜਿਹੜਾ ਤੁਹਾਨੂੰ ਗਿਆਨ ਦੇ ਰਿਹਾ ਉਹ ਤਾਂ ਭਾਈ ਗੁਰੂ ਹੀ ਹੈ, ਉਹ ਗੁਰੂ ਹੀ ਹੈ। ਜਿਵੇਂ ਆਦਿ ਕਵੀ ਜਗਤ ਗੁਰੂ ਵਾਲਮੀਕ ਭਗਵਾਨ ਜੀ ਮਹਾਰਾਜ ਹੈ, ਕੀ ਕਿਹਾ ਜਾਂਦਾ ਹੈ? ਇਹ ਕਿਹਦੇ ਗੁਰੂ ਹੈ, ਕਿਹਦੇ ਰੱਬ ਹੈ? ਵਾਲਮੀਕੀਆਂ ਦੇ, ਹੋਰ ਕਿਸੇ ਦੇ ਹੈ ਹੀ ਨਹੀਂ। ਤੇ ਕਲਮਾਂ ਸਾਰੇ ਚਲਾ ਰਹੇ ਉਹਨਾਂ ਦੀਆਂ, ਕਲਮਾਂ ਸਾਰੇ ਵਰਤ ਰਹੇ ਹੈ, ਸ਼ਬਦ ਗਿਆਨ ਸਾਰੇ ਵਰਤ ਰਹੇ ਹੈ, ਵਿਗਿਆਨ ਸਾਰੇ ਵਰਤ ਰਹੇ ਹੈ, ਤੇ ਗੁਰੂ ਵਾਲਮੀਕੀਆਂ ਦੇ, ਰੱਬ ਵਾਲਮੀਕੀਆਂ ਦੇ, ਮੰਨਿਆ ਹੀ ਨਹੀਂ। ਇਹ ਮੋਹਰਾਂ ਲਾਤੀਆਂ ਬੰਦੇ ਨੇ, ਇਹ ਲੈਵਲ ਲਾਤੇ, ਆ ਤੁਹਾਡੇ, ਆ ਸਾਡੇ। ਜਦ ਕਿ ਗੁਰਾਂ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਉਹਨਾਂ ਕੋਲ ਗੱਲਾਂ ਬਾਤਾਂ ਹੈ ਨਹੀਂ। ਉਹਨਾਂ ਸਿੱਖਿਆ ਵੰਡੀ ਹੈ, ਸਾਰਿਆਂ ਨੂੰ ਸਾਂਝੀ, ਗਿਆਨ ਵੰਡਿਆ ਹੈ, ਸਾਰਿਆਂ ਨੂੰ ਸਾਂਝੀ ਹੈ। ਇੱਕ ਦੀ ਗੱਲ ਕੀਤੀ ਹੈ, ਉਹਨਾਂ ਨੇ ਯਤਨ ਕੀ ਸੀ, ਪ੍ਰਯਾਸ ਕੀ ਸੀ ਕਿ ਸਾਰਿਆਂ ਨੂੰ ਇੱਕੋ ਕਰਨਾ ਹੈ, ਇੱਕੋ ਪਲੇਟਫਾਰਮ ਤੇ ਸਾਰੇ ਆਉਣ। ਹਿੰਦੂ, ਮੁਸਲਿਮ, ਸਿੱਖ, ਈਸਾਈ, ਕਹਿੰਦੇ ਸਾਰੇ ਭਾਈ ਹੈ ਭਾਈ। ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਜ ਬੰਦਾ ਫਿਰ ਲੈਵਲ ਲੈ ਕੇ ਬਹਿ ਗਏ, ਆ ਸਾਡੇ ਗੁਰੂ ਹੈ, ਆ ਤੁਹਾਡੇ ਗੁਰੂ ਹੈ, ਇਹਦਾ ਅਦਬ ਕਰਨਾ, ਇਹਦਾ ਅਦਬ ਆਪਾਂ ਨਹੀਂ ਕਰਨਾ। ਹੁਣ ਇੱਕ ਪਾਸੇ ਬੰਦਾ ਇਹ ਸੋਚ ਰੱਖਦਾ ਹੈ, ਤੇ ਜਦੋਂ ਆਉਂਦੀ ਇਹ ਗੱਲ ਵਿਗਿਆਨ ਦੀ, ਤੇ ਉਦੋਂ ਸਾਰੀ ਸਾਂਝੀ ਬਾਤ ਹੈ। ਤੇ ਜੇ ਬੰਦਾ ਇਹ ਸੋਚ ਲੈ ਕੇ ਚੱਲੇ ਨਾ ਕਿ ਭਾਈ ਆਪਾਂ ਬੱਚੇ ਨੂੰ ਉੱਥੇ ਪੜ੍ਹਾਉਣਾ ਜਿੱਥੇ ਸਾਡੇ ਗੁਰੂ ਭਾਈ ਪੜ੍ਹਾਉਂਦੇ ਆ। ਹਜੇ ਬੰਦਾ ਜਿਹੜਾ ਟੀਚਰ ਹੈ ਨਾ, ਉਹ ਸਾਡੇ ਸਮਾਜ ਦਾ ਹੋਣਾ ਚਾਹੀਦਾ, ਸਾਡਾ ਗੁਰੂ ਭਾਈ ਹੋਣਾ ਚਾਹੀਦਾ। ਹਾਂ, ਗੁਰੂ ਤੇਗ ਬਹਾਦਰ ਸਕੂਲ ਹੈ, ਪਬਲਿਕ ਸਕੂਲ ਹੈ, ਉੱਥੇ ਉਹ ਬੱਚੇ ਪੜ੍ਹਾਉਣੇ ਜੀ। ਜੇ ਇਹ ਬੰਦਾ ਸੋਚ ਰੱਖੇ, ਫਿਰ ਤਾਂ ਹੋ ਗਏ ਪਾਸ, ਬੰਦਾ ਵਿਦਿਆ ਪੜ੍ਹ ਸਕਦਾ ਨਹੀਂ ਬੱਚਾ। ਜੇ ਇਨਸਾਨ ਇਹ ਭਾਵਨਾ ਰੱਖੇ ਨਾ, ਹਾਂ ਬੱਚੇ ਨੂੰ ਉੱਥੇ ਪੜ੍ਹਾਉਣਾ ਹੈ ਜਿੱਥੇ ਸਾਡੇ ਸਮਾਜ ਦੇ ਟੀਚਰ ਹੈ, ਸਾਡੇ ਗੁਰੂ ਭਾਈ ਜਿੱਥੇ ਪੜ੍ਹਾਉਂਦੇ ਆ ਨਾ, ਉੱਥੇ ਬੱਚੇ ਨੇ ਪੜ੍ਹਾਉਣਾ। ਉੱਥੇ ਨਹੀਂ ਬੰਦਾ ਇਹ ਸੋਚ ਰੱਖਦਾ, ਉੱਥੇ ਕਹਿੰਦਾ ਚਲੋ ਵੀ ਸਕੂਲੇ ਪਾਉਣਾ, ਟੀਚਰ ਅਗੇ ਕੋਈ ਵੀ ਹੈ, ਪ੍ਰਿੰਸੀਪਲ ਅਜੇ ਕੋਈ ਵੀ ਹੈ, ਉਹ ਅੰਗਰੇਜ਼ੀ ਹੈ, ਸਰਕਾਰੀ ਹੈ, ਪੰਜਾਬੀ ਹੈ, ਚਲੋ ਬੱਚਾ ਪਾਤਾ। ਉੱਥੇ ਬੰਦਾ
ਇਹ ਸੋਚ ਨਹੀਂ ਰੱਖਦਾ। ਜੇ ਕੋਈ ਸਤਸੰਗ ਦੀ ਗੱਲ ਆਉਂਦੀ ਹੈ, ਬਾਣੀ ਦੀ ਗੱਲ ਆਉਂਦੀ ਹੈ, ਗਿਆਨ ਦੀ ਗੱਲ ਆਉਂਦੀ ਹੈ, ਤੇ ਗਿਆਨ ਵਿੱਚ ਵਿਤਕਰੇ। ਹਾਂ ਵੀ ਇਹ ਗਿਆਨ ਜਿਹੜਾ ਰਮਾਇਣ ਦਾ ਹੈ ਆਪਾਂ ਨਹੀਂ ਸੁਣਨਾ, ਇਹ ਗਿਆਨ ਬਾਈਬਲ ਦਾ ਹੈ ਆਪਾਂ ਨਹੀਂ ਸੁਣਨਾ, ਇਹ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਹੈ, ਕੁਰਾਨ ਦਾ ਹੈ, ਆਪਾਂ ਨਹੀਂ ਸੁਣਨਾ, ਆਪਾਂ ਨਹੀਂ ਬਹਿਣਾ ਉਹਦੇ। ਉਧਰ ਬੰਦੇ ਇਹ ਸੋਚ ਵਿਚਾਰ ਹੈ। ਜੇ ਸਕੂਲ ਵੇਖਦੇ ਆ, ਸਕੂਲ ਵਿੱਚ ਸਾਰੇ ਇਕੱਠੇ ਹੁੰਦੇ। ਹੁਣ ਜੇ ਹਸਪਤਾਲ ਡਾਕਟਰ ਲੋਕ ਹੈ, ਜੇ ਬੰਦਾ ਕਦੇ ਲੈ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਹੈ, ਉੱਥੇ ਹੀ ਆਪਾਂ ਇਲਾਜ ਕਰਾਉਣਾ, ਕਿਉਂਕਿ ਸਾਡਾ ਗੁਰੂ ਨਾਨਕ ਹੈ, ਸਾਡਾ ਗੁਰੂ ਨਾਨਕ ਦੇਵ ਜੀ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਆਪਾਂ ਇਲਾਜ ਉੱਥੇ ਕਰਾਉਣਾ, ਹੋਰ ਇਲਾਜ ਆਪਾਂ ਕਿਤੇ ਅਸੀਂ ਕਰਾਉਣਾ ਹੀ ਨਹੀਂ। ਬੰਦਾ ਬਚ ਜਾਊ ਕਿਤੇ ਬਿਮਾਰੀ ਤੋਂ। ਡਾਕਟਰਾਂ ਕੋਲ ਜਾਂਦੇ ਹੋ, ਡਾਕਟਰ ਸਾਹਿਬ ਕੋਲ ਬੈਠੇ ਹੈ, ਇਹਨਾਂ ਕੋਲ ਬਿਹਾਰ ਦੇ ਭਾਈ ਲੋਕ ਵੀ ਆਉਂਦੇ ਹੈ, ਉਹ ਵੀ ਇਹਨਾਂ ਕੋਲ ਦਵਾਈ ਲੈਂਦੇ ਹੈ। ਜੋ ਗੁਰੂ ਦੇ ਸਿੱਖ ਹੈ ਉਹ ਵੀ ਇਹਨਾਂ ਕੋਲ ਦਵਾਈ ਲੈਂਦੇ ਹੈ, ਅਤੇ ਜੋ ਕ੍ਰਿਸਚਨ ਭਾਈ ਹੈ ਉਹ ਵੀ ਇਹਨਾਂ ਤੋਂ ਦਵਾਈ ਲੈਂਦੇ ਹੈ। ਉਦੋਂ ਫਿਰ ਸੋਚ ਕਿਉਂ ਨਹੀਂ ਰੱਖੀ ਜਾਂਦੀ, ਲੈ ਭਾਈ ਇਹ ਤਾਂ ਡਾਕਟਰ ਵਾਲਮੀਕੀ ਆਇਆ ਤਾਂ ਆਪਾਂ ਕਿਉਂ ਦਵਾਈ ਲਈਏ। ਉਦੋਂ ਕਹਿੰਦੇ ਨਹੀਂ ਵੀ ਸਾਨੂੰ ਆਰਾਮ ਦੇ ਨਾਲ ਹੈ, ਸਿਹਤ ਤੰਦਰੁਸਤ ਹੋਣੀ ਚਾਹੀਦੀ, ਬਾਕੀ ਡਾਕਟਰ ਸਾਹਮਣੇ ਕੋਈ ਵੀ ਹੋਵੇ। ਪਰ ਜਦੋਂ ਗੱਲ ਆਉਂਦੀ ਹੈ ਬਾਣੀ ਦੀ, ਰੱਬੀ ਸਤਸੰਗ ਦੀ, ਗਿਆਨ ਦੀ, ਉੱਥੇ ਵੰਡ ਵਿਤਕਰੀਆਂ। ਬੰਦਾ ਪੰਪ 'ਤੇ ਜਾਂਦਾ, ਯਾਤਰਾ 'ਤੇ ਗਿਆ, ਚਲੋ ਹੁਣ ਇਨਸਾਨ ਵੀ ਕਹਿੰਦੇ ਯਾਤਰਾ 'ਤੇ ਹੀ ਆਇਆ, ਸਫ਼ਰ 'ਤੇ ਆਇਆ। ਹੁਣ ਇੱਕ ਬੰਦਾ ਸੰਸਾਰੀ ਯਾਤਰਾ 'ਤੇ ਗਿਆ, ਬਾਈਕ ਫੜੀ, ਹੁਣ ਪੈਟਰੋਲ ਪੰਪ 'ਤੇ ਗਿਆ, ਪੈਟਰੋਲ ਪੰਪ 'ਤੇ ਜਾ ਕੇ ਪੁੱਛੇ ਹਾਂ ਵੀ ਇਹ ਕਿਹੜੇ ਧਰਮ ਦਾ ਪੰਪ ਹੈ, ਜਾਂ ਕਿਹੜੇ ਬੰਦੇ ਤੇਲ ਪਾਉਂਦੇ ਹੈ, ਇਹ ਮੇਰਾ ਧਰਮੀ ਹੈ, ਮੇਰਾ ਗੁਰੂ ਭਾਈ ਹੈ। ਜੇ ਮੇਰਾ ਗੁਰੂ ਭਾਈ ਹੈ ਤਾਂ ਮੈਂ ਤੇਲ ਪਵਾਉਣਾ, ਜੇ ਮੇਰੇ ਧਰਮ ਦਾ ਇਹ ਪੰਪ ਨਹੀਂ, ਮੈਂ ਤੇਲ ਨਹੀਂ ਪਾਉਣਾ ਭਾਈ। ਉੱਥੇ ਹੀ ਸੋਚ ਰੱਖਣਾ। ਜੇ ਇੱਦਾਂ ਬੰਦਾ ਸੋਚ ਰੱਖੇ ਹਾਂ ਵੀ ਬਸ ਮੈਂ ਤਾਂ ਪੰਜਾਬ ਰੋਡਵੇਜ਼ ਦੀ ਬੱਸ ਉੱਚ ਹੀ ਬਹਿਣਾ ਜਿਹਦੇ ਆਧਾਰ ਕਾਰਡ ਚੱਲਦਾ, ਹੋਰ ਬੱਸ ਦੀ ਮੈਂ ਸਵਾਰੀ ਕਰਨੀ ਨਹੀਂ, ਬਸ ਇੱਕ ਆ ਰਹੀ ਇੱਕ ਜਾ ਰਹੀ ਇੱਕ ਆ ਰਹੀ, ਮੈਂ ਤਾਂ ਬਈ ਪੰਜਾਬ ਰੋਡਵੇਜ਼ ਦੀ ਬੱਸ 'ਚ ਬਹਿਣਾ, ਹੋਰ ਬੱਸ 'ਚ ਮੈਂ ਬਹਿਣਾ ਹੀ ਨਹੀਂ ਗਾ। ਅਤੇ ਇਹੋ ਜਿਹਾ ਬੰਦਾ ਮੰਜ਼ਿਲ ਪਾ ਲਏਗਾ, ਪਰ ਮੰਜ਼ਿਲ ਪਾ ਸਕਦਾ ਹੀ ਨਹੀਂ। ਖੱਜਲ ਖਰਾਬੀ ਜ਼ਰੂਰ ਹੋਏਗੀ, ਉਹਦੀ ਸਮੇਂ ਦੀ ਬਰਬਾਦੀ ਜ਼ਰੂਰ ਹੋਏਗੀ। ਰੋਡਵੇਜ਼ ਦੀ ਬੱਸ ਲੱਭਦਾ ਕੀ ਪਤਾ ਅਗਲੇ ਮੋੜ 'ਤੇ ਜਾ ਕੇ ਸਵਾਸ ਹੀ ਮੁੱਕ ਜਾਣਾ, ਮੰਜ਼ਿਲ ਹੀ ਨਾ ਮਿਲੇ। ਅਤੇ ਫਿਰ ਉੱਥੇ ਬੰਦਾ ਕਹਿੰਦਾ ਹਾਂ ਵੀ ਡਰਾਈਵਰ ਮੇਰਾ ਗੁਰੂ ਭਾਈ ਹੋਣਾ ਚਾਹੀਦਾ, ਮੇਰਾ ਧਰਮੀ ਪੁਰਖ ਹੋਣਾ ਚਾਹੀਦਾ, ਤਾਂ ਮੈਂ ਬੱਸ 'ਚ ਬਹਿਣਾ ਭਾਈ, ਉੱਦਾਂ ਮੈਂ ਬੱਸ 'ਚ ਨਹੀਂ ਬਹਿਣਾ। ਜਾਂ ਟ੍ਰੇਨ ਲੈ ਲਓ, ਜਹਾਜ਼ ਲੈ ਲਓ, ਹਾਂ ਵੀ ਜਹਾਜ਼ ਇਹ ਇੰਡੀਆ ਦਾ ਹੋਣਾ ਚਾਹੀਦਾ, ਦੂਜਾ ਨਾ ਹੋਵੇ। ਜਾਂ ਪਾਇਲਟ ਹੈ ਉਹ ਵੀ ਆਪਣੀ ਇੰਡੀਆ ਦਾ ਹੋਣਾ ਚਾਹੀਦਾ, ਮੇਰਾ ਭਾਈ ਹੋਣਾ ਚਾਹੀਦਾ, ਮੇਰਾ ਧਰਮੀ, ਜਿੱਥੋਂ ਮੈਂ ਨਾਮਸ਼ਰੀ ਦਾਤ ਲਈ ਹੈ ਉੱਥੋਂ ਨਾਮਸ਼ਰੀ ਦਾਤ ਲਈ ਹੋਵੇ ਤਾਂ ਮੈਂ ਵਿੱਚ ਬਹਿਣਾ। ਤਾਂ ਇੱਦਾਂ ਬੰਦਾ ਕੋਈ ਯਾਤਰਾ ਸਫਲ ਹੋ ਸਕਦੀ ਨਹੀਂ, ਰਾਹ ਵਿੱਚ ਹੀ ਖਤਮ ਹੋ ਜਾਏਗਾ, ਮੰਜ਼ਿਲ ਕਦੇ ਪਾ ਸਕਦਾ ਹੀ ਨਹੀਂ ਗਾ। ਅਤੇ ਉੱਧਰ ਸਾਰੇ ਇੱਕੋ ਹੈ। ਜੋ ਵਿਗਿਆਨ ਦੀ ਗੱਲ ਆ ਜਾਂਦੀ ਹੈ, ਵਿਗਿਆਨ ਦੀ ਜੋ ਸਹੂਲਤ ਹੈ ਉਹ ਸਾਰੀ ਸਹੂਲਤਾਂ ਲੈ ਰਹੇ ਹੈ, ਆਨੰਦ ਵਿਗਿਆਨ ਦਾ ਸਾਰੇ ਲੈ ਰਹੇ ਹੈ। ਜਹਾਜ਼ ਹੈ ਵਿਗਿਆਨ ਦੀ ਕਾਢ, ਜਹਾਜ਼ ਦਾ ਆਨੰਦ ਸਾਰੇ ਲੈ ਰਹੇ ਹੈ, ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਵਿੱਚ ਇਕੱਠੇ ਬੈਠੇ ਹੁੰਦੇ ਹੈ, ਇਕੱਠੇ ਹੀ ਉੜਦੇ ਹੈ, ਇਕੱਠੀ ਮੰਜ਼ਿਲਾਂ ਪਾਉਂਦੇ ਹੈ। ਬੱਸ 'ਚ ਸਾਰੇ ਇਕੱਠੇ ਬਹਿੰਦੇ ਹੈ, ਵਿਗਿਆਨ, ਰੇਲ ਗੱਡੀਆਂ ਸਾਰੇ ਇਕੱਠੇ ਬਹਿੰਦੇ ਹੈ, ਵਿਗਿਆਨ ਦੀ ਸਹੂਲਤ, ਵਿਗਿਆਨ ਦੇ ਆਨੰਦ, ਵਿਗਿਆਨ ਦੀਆਂ ਖੁਸ਼ੀਆਂ ਸਾਰੇ ਲੈ ਰਹੇ ਹੈ। ਉੱਥੇ ਵੰਡ ਵਿਤਕਰੀ ਕੋਈ ਨਹੀਂ ਹੈ ਕਿ ਹਾਂ ਵੀ ਆਹ ਕਾਂਡ ਮੇਰੇ ਧਰਮੀ ਪੁਰਖ ਨੇ ਨਹੀਂ ਕੱਢੀ, ਮੈਂ ਨੀਚੇ ਬਹਿਣਾ। ਉੱਥੇ ਆਨੰਦ ਸਾਰੇ ਲੈ ਰਹੇ ਹੈ। ਪਰ ਜਦੋਂ ਬਾਣੀ ਦੀ ਗੱਲ ਆਉਂਦੀ ਹੈ, ਰੱਬੀ ਸਤਸੰਗ ਦੀ ਗੱਲ ਆਉਂਦੀ ਹੈ, ਨਹੀਂ ਭਾਈ ਇਹਦਾ ਗੁਰੂ ਹੋਰ ਹੈ, ਮੇਰਾ ਗੁਰੂ ਹੋਰ ਹੈ, ਇਹਦਾ ਗਿਆਨ ਹੋਰ ਹੈ, ਸਾਡਾ ਗਿਆਨ ਹੋਰ ਹੈ, ਉੱਥੇ ਵੰਡ ਵਿਤਕਰੀਆਂ। ਸੋ ਇੱਦਾਂ ਇਨਸਾਨ ਮੰਜ਼ਿਲ ਤੱਕ ਪਹੁੰਚ ਸਕਦਾ ਨਹੀਂ, ਕਿਉਂਕਿ ਇਨਸਾਨ ਵੀ ਯਾਤਰੀ ਹੈ, ਇਨਸਾਨ ਵੀ ਸਫ਼ਰ ਕਰਨ ਆਇਆ, ਸਫ਼ਰ ਮੁਕਾਉਣ ਆਇਆ, ਆਪਣਾ ਮੰਜ਼ਿਲ ਨੂੰ ਪਾਉਣ ਆਇਆ। ਰੋਡ ਭਾਵੇਂ ਬੇਸ਼ੱਕ ਅਲੱਗ ਹੈ, ਪਰ ਮੰਜ਼ਿਲ ਸਾਰਿਆਂ ਦੀ ਇੱਕੋ ਹੀ ਹੈ। ਸੰਤ ਭਾਵੇਂ ਅਲੱਗ ਹੈ, ਸਾਰਿਆਂ ਦੇ ਉਪਦੇਸ਼ ਇੱਕੋ ਹੀ ਹੈ, ਸਾਰਿਆਂ ਦੀ ਸਿੱਖ ਇੱਕੋ ਹੈ, ਉਹ ਟਿਕਟ ਇੱਕੋ ਦਿੰਦੇ ਹੈ। ਭਾਈ ਮੈਂ ਤਾਂ ਭਾਈ ਮੰਜ਼ਿਲ ਪਾਉਣੀ ਹੈ, ਮੈਂ ਤਾਂ ਹੁਸ਼ਿਆਰਪੁਰ ਜਾਣਾ ਹੈ, ਬੱਸ ਭਾਵੇਂ ਰੋਡਵੇਜ਼ ਦੀ ਹੈ, ਬੱਸ ਭਾਵੇਂ ਪ੍ਰਾਈਵੇਟ ਹੈ, ਮੈਨੂੰ ਤਾਂ ਮੰਜ਼ਿਲ ਨਾਲ ਮਤਲਬ ਲੈ ਭਾਈ। ਮੈਂ ਜਲੰਧਰ ਜਾਣਾ
ਜਲੰਧਰ ਜਾਣਾ, ਜਲੰਧਰ ਮੇਰੀ ਮੰਜ਼ਿਲ ਹੈ। ਬੱਸ ਭਾਵੇਂ ਕੋਈ ਵੀ ਹੋਵੇ, ਚਾਹੇ ਮੈਂ ਬਾਈਕ 'ਤੇ ਜਾਵਾਂ, ਚਾਹੇ ਬੱਸ 'ਤੇ ਜਾਵਾਂ, ਚਾਹੇ ਟ੍ਰੇਨ 'ਤੇ ਜਾਵਾਂ, ਮੈਨੂੰ ਮੰਜ਼ਿਲ ਨਾਲ ਮਤਲਬ ਹੋਣਾ ਚਾਹੀਦਾ ਹੈ। ਹੋਰ ਕਿਸੇ ਨਾਲ ਮਤਲਬ ਮੇਰਾ ਕੋਈ ਹੈ ਨਹੀਂ। ਜੇ ਸੋਚ ਬੰਦੇ ਦੀ ਹੋ ਜਾਏ ਕਿ ਹਾਂ ਵੀ ਮੈਨੂੰ ਤਾਂ ਉਹ ਰੱਬ ਰੂਪੀ ਮੰਜ਼ਿਲ ਦੇ ਨਾਲ ਮਤਲਬ ਹੈ, ਗੁਰੂ ਭਾਵੇਂ ਕੋਈ ਵੀ ਹੋਵੇ, ਗਿਆਨ ਭਾਵੇਂ ਕਿਸੇ ਗੁਰੂ ਦਾ ਹੋਵੇ, ਮੈਨੂੰ ਤਾਂ ਉਹ ਮੰਜ਼ਿਲ ਦੀ ਭੁੱਖ ਹੈ। ਇੱਦਾਂ ਬੰਦੇ ਦਾ ਸਫ਼ਰ ਵੀ ਆਨੰਦ ਹੋ ਜਾਂਦਾ ਹੈ ਅਤੇ ਮੰਜ਼ਿਲ ਵੀ ਪਾ ਲੈਂਦਾ ਹੈ। ਉਹ ਕਹਿੰਦਾ ਗਿਆਨ ਭਾਵੇਂ ਰਮਾਇਣ ਦਾ ਹੋਵੇ, ਗਿਆਨ ਭਾਵੇਂ ਗ੍ਰੰਥ ਦਾ ਹੋਵੇ, ਗਿਆਨ ਭਾਵੇਂ ਬਾਈਬਲ ਦਾ ਹੋਵੇ, ਗਿਆਨ ਭਾਵੇਂ ਕੁਰਾਨ ਦਾ ਹੋਵੇ, ਮੈਨੂੰ ਤਾਂ ਬਈ ਗਿਆਨ ਦੇ ਨਾਲ ਮਤਲਬ ਹੈ। ਕਿਉਂਕਿ ਗਿਆਨ ਨੇ ਮੇਰੇ ਰਾਹ ਰੋਸ਼ਨ ਕਰਨੇ ਹੈ। ਗਿਆਨ ਦੇ ਰਾਹੀਂ ਮੈਂ ਮੰਜ਼ਿਲ ਨੂੰ ਪਾ ਸਕਦਾ। ਮੈਂ ਗਿਆਨ ਲੈਣਾ ਹੈ, ਅੱਗੇ ਭਾਵੇਂ ਸੰਤ ਰਹਿਬਰ ਗੁਰੂ ਪੀਰ ਜਿਹੜਾ ਮਰਜ਼ੀ ਹੈ। ਸ਼ਾਹਪੁਰ ਜਾਣਾ ਹੈ, ਬਸ ਜਿਹੜੀ ਮਰਜ਼ੀ ਹੈ, ਮੰਜ਼ਿਲ ਪਾਉਣੀ ਹੈ ਬਸ। ਇਹ ਬੰਦੇ ਦੀ ਸੋਚ ਹੋਵੇ ਤਾਂ ਆਨੰਦ ਤੱਕ ਪਹੁੰਚ ਸਕਦਾ ਹੈ, ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਜੇ ਬੰਦਾ ਕਵੇ ਨਹੀਂ ਭਾਈ ਇਹ ਮੇਰਾ ਗੁਰੂ ਭਾਵੇਂ ਨਹੀਂ ਹੈ, ਮੇਰਾ ਧਰਮੀ ਪੁਰਖ ਨਹੀਂ ਹੈ, ਇਹਦੇ ਕੋਲ ਮੈਂ ਨਹੀਂ ਬਹਿਣਾ, ਇਹਦਾ ਗਿਆਨ ਮੈਂ ਨਹੀਂ ਲੈਣਾ, ਉਹ ਕਦੇ ਸ਼ਾਂਤੀ ਮਹਿਸੂਸ ਕਰ ਸਕਦਾ ਨਹੀਂ, ਆਨੰਦ ਤੱਕ ਪਹੁੰਚ ਸਕਦਾ ਨਹੀਂ, ਮੰਜ਼ਿਲ ਤੱਕ ਪਹੁੰਚ ਸਕਦਾ ਨਹੀਂ। ਰਾਹ ਵਿੱਚ ਹੀ ਖੱਜਲ ਖਰਾਬ ਹੋ ਕੇ ਮੁੱਕ ਜਾਏਗਾ, ਗਲ ਜਾਏਗਾ, ਸੜੇਗਾ, ਖਤਮ। ਤਾਂ ਸਾਡੇ ਪਰਿਵਾਰ ਅੰਦਰ, ਸਾਡੇ ਸਮਾਜ ਅੰਦਰ ਇਹੋ ਜਿਹੀ ਵੰਡ ਵਿਤਕਰੀਆਂ ਬਿਲਕੁਲ ਦੇਖਣ ਨੂੰ ਮਿਲਦੀਆਂ ਨਹੀਂ। ਇਹਨਾਂ ਅੰਦਰ ਸਾਂਝੀਵਾਲਤਾ ਪਹਿਲਾਂ ਹੀ ਬਹੁਤ ਹੈ। ਪਰ ਆਪਣੇ ਗੁਰੂ ਭਾਈਆਂ ਨੂੰ ਇਹ ਸੰਦੇਸ਼ ਹੈ ਭਾਈ, ਜਿੱਦਾਂ ਗੁਰੂ ਰਹਿਬਰ ਸਮਝਾਉਂਦੇ ਹੈ ਭਾਈ, ਸਭਨਾਂ ਨਾਲ ਪ੍ਰੇਮ ਕਰਨਾ, ਨਫ਼ਰਤ ਕਿਸੇ ਨਾਲ ਨਹੀਂ ਕਰਨੀ, ਸਭ ਨਾਲ ਭਾਈਚਾਰਾ ਬਣਾ ਕੇ ਰੱਖਿਆ ਹੈ। ਅੱਗੇ ਭਾਈਚਾਰਾ ਮਿਲਦਾ ਚਾਹੇ ਨਹੀਂ ਮਿਲਦਾ, ਆਪਣਾ ਤੁਸੀਂ ਬਣਾ ਕੇ ਰੱਖਣਾ ਹੈ। ਇਹ ਸਾਰੇ ਗੁਰੂਆਂ ਪੀਰਾਂ ਰਹਿਬਰਾਂ ਦਾ ਸੰਦੇਸ਼ਾ ਇੱਕੋ ਹੀ ਹੈ। ਸਾਰੇ ਸਿੱਖੀ ਇੱਕੋ ਹੀ ਹੈ, ਉਪਦੇਸ਼ ਇੱਕੋ ਹੀ ਹੈ। ਰਾਹ ਭਾਵੇਂ ਅਲੱਗ-ਅਲੱਗ ਸੋਧੇ, ਮੰਜ਼ਿਲ ਸਾਰਿਆਂ ਦੀ ਇੱਕੋ ਹੀ ਹੈ। ਹੁਸ਼ਿਆਰਪੁਰ ਨੂੰ ਜਾਣਾ, ਚਾਹੇ ਉੱਤਰ ਦੀ ਚਲ ਜਾਓ, ਦੱਖਣ ਦੀ ਚਲ ਜਾਓ, ਪੂਰਬ ਦੀ ਚਲ ਜਾਓ, ਪੱਛਮ ਦੀ ਚਲ ਜਾਓ, ਮੰਜ਼ਿਲ ਤਾਂ ਉਹੀ ਹੈ ਨਾ, ਜਾਣਾ ਤਾਂ ਉੱਥੇ ਹੀ ਹੈ ਸਾਰਿਆਂ ਨੇ। ਰਾਹ ਅਲੱਗ-ਅਲੱਗ ਜ਼ਰੂਰ ਹੈ। ਸੋ ਆਪਣੇ ਗੁਰੂ ਦਾ ਅਦਬ ਕਰਨਾ, ਸਤਿਕਾਰ ਕਰਨਾ, ਅਤੇ ਹੋਰਨਾਂ ਸੰਤਾਂ ਰਹਿਬਰਾਂ ਦਾ ਵੀ ਅਦਬ ਕਰਨਾ, ਸਤਿਕਾਰ ਕਰਨਾ ਹੈ। ਇਹਦੇ ਵਿੱਚ ਬੰਦੇ ਦੀ ਸ਼ਾਨ ਹੈ। ਇੱਦਾਂ ਬੰਦਾ ਆਨੰਦ ਤੱਕ ਪਹੁੰਚ ਜਾਂਦਾ ਹੈ ਅਤੇ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਇੱਥੇ ਆਪਾਂ ਅਸਲਾਂ ਨੂੰ ਵਿਸ਼ਰਾਮ ਦਿੰਦੇ ਹਾਂ ਕਿ ਬੰਦਾ ਇਹ ਸਮਝੇ ਭਾਈ ਮੁਹੰਮਦ ਸਾਹਿਬ ਹੋਏ ਹੈ, ਉਹਨੇ ਹੁਕਾ ਉਹੀ ਦਿੱਤਾ ਹੈ, ਇੱਕ ਪਰਮਾਤਮਾ ਨੇ ਗੱਲ ਕੀਤੀ ਹੈ, ਸਾਰਿਆਂ ਨੇ ਇੱਕੋ ਦੀ ਗੱਲ ਕੀਤੀ ਹੈ। ਜਿੰਨੇ ਵੀ ਸੰਤ ਰਹਿਬਰ ਹੋਏ ਹੈ, ਇੱਕ ਨਾਲ ਜੁੜੇ ਰਹਿਣ ਨਾਲ ਉਹਨੇ ਕਹਿਣਾ ਕੀਤਾ ਭਾਈ ਇੱਕ ਨਾਲ ਜੁੜੋ, ਇੱਕ ਦਾ ਸਿਮਰਨ ਕਰੋ, ਇੱਕੋ ਤੁਹਾਡੀ ਮੰਜ਼ਿਲ ਹੈ। ਰਸਤੇ ਭਾਵੇਂ ਅਲੱਗ-ਅਲੱਗ ਹੈ, ਸੰਤ ਭਾਵੇਂ ਅਲੱਗ-ਅਲੱਗ ਹੈ, ਰਾਹ ਦਿਖਲਾਉਣ ਵਾਲੇ ਅਲੱਗ-ਅਲੱਗ ਹੈ, ਪਰ ਮੰਜ਼ਿਲ ਜਿਹੜੀ ਉਹ ਇੱਕੋ ਹੀ ਹੈ। ਹੁਣ ਜਿਹਨੇ ਸਾਨੂੰ ਰਾਹ ਦਿਖਲਾਇਆ ਹੈ, ਮਾਰਗ ਦਿਖਲਾਇਆ ਹੈ, ਮੰਜ਼ਿਲ ਦਾ ਸ਼ੁਕਰਾਨਾ ਉਹਦਾ ਵੀ ਹੈ, ਅਦਰ ਸਤਿਕਾਰ ਉਹਦਾ ਵੀ ਹੈ। ਅਦਰ ਸਤਿਕਾਰ ਕਰਾਂਗੇ, ਰਾਹ 'ਤੇ ਚੱਲਾਂਗੇ ਅਤੇ ਮੰਜ਼ਿਲ ਪਾ ਸਕਦੇ ਹਾਂ। ਸੋ ਇੱਥੇ ਰਸਨਾ ਹੁੰਦੀਆਂ ਵਿਸ਼ਰਾਮ, ਸਮਝਣ ਵਾਲੇ ਸਮਝਣ। ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਹੈ, ਅਤੇ ਸ਼ਹਿਰਾਂ ਅੰਦਰ ਪ੍ਰਭਾਤ ਫੇਰੀਆਂ ਨਿਕਲਦੀਆਂ ਸੀ। ਸਾਨੂੰ ਵੀ ਪ੍ਰਭਾਤ ਫੇਰੀ ਦੇ ਪ੍ਰਸ਼ਾਦ ਜਿਹੜਾ ਗ੍ਰਹਿਣ ਕਰਨ ਨੂੰ ਮਿਲ ਗਏ। ਰਵਿਦਾਸੀਆਂ ਦੇ ਘਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਪ੍ਰਭਾਤ ਫੇਰੀ ਸੀ, ਉੱਥੇ ਗਏ, ਪ੍ਰਸ਼ਾਦ ਖਾਣ ਨੂੰ ਮਿਲ ਗਏ। ਅਗਲੇ ਘਰ ਗਏ, ਅਗਲੇ ਹੀ ਪ੍ਰਸ਼ਾਦ ਖਾਣ ਨੂੰ ਮਿਲ ਗਏ। ਸੋ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਕਾਸ਼ ਸਥਿਤੀ ਵਿੱਚ ਸਾਰੇ ਜੀਵਨ ਨੂੰ ਮੁਬਾਰਕਾਂ ਹੈ ਭਾਈ। ਹੁਣ ਇੱਦਾਂ ਹੀ ਕਥਾ ਕਹਾਣੀ ਚੇਤੇ ਆ ਗਈ ਕਿ ਭਾਈ ਲਾਲੋ ਜੀ ਹੋਏ ਹੈ। ਭਾਈ ਲਾਲੋ ਜੀ ਹੋਏ, ਕਹਿਣ ਵਾਲੇ ਨੂੰ ਲੋਕ ਨੀਵਾਂ ਕਹਿੰਦੇ ਸੀ, ਨੀਚ ਕਹਿੰਦੇ ਸੀ, ਪਰ ਦਿਲਾਂ ਦੀ ਤਾਰ ਨਾਲ ਸੰਤਾਂ ਰਹਿਬਰਾਂ ਦੇ ਨਾਲ, ਗੁਰੂ ਨਾਨਕ ਦੇਵ ਨਾਲ ਜੁੜੀ ਸੀ। ਦੇਖਿਆ ਵੀ ਨਹੀਂ, ਦਿਲ ਦੀ ਤਾਰ ਜੁੜੀ ਹੈ, ਬੜਾ ਚੇਤੇ ਕਰਦੇ, ਸਿਮਰਦੇ ਹੈ। ਇੱਥੇ ਤਾਂ ਹਜ਼ਰਤ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਨੇ ਕਿ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਹੈ। ਹੁਣ ਦਿਲ ਦੀ ਤਾਰ ਭਾਈ ਲਾਲਾ ਦੀ ਜੁੜੀ ਹੈ ਗੁਰੂ ਨਾਨਕ ਦੇਵ ਦੇ ਨਾਲ। ਇੱਕ ਦਿਨ ਇੱਦਾਂ ਹੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਚਲੋ ਪਿਆਰਿਓ, ਸਾਡਾ ਪ੍ਰੇਮੀ ਸਾਨੂੰ ਬਹੁਤ ਯਾਦ ਕਰਦਾ ਹੈ, ਕਿ ਚਲੋ ਤੁਹਾਨੂੰ ਦਰਸ਼ਨਦਾਰੇ ਕਰਾਈਏ ਉਹਦੇ ਨਾਲੇ, ਆਪ ਜਾ ਕੇ ਮਿਲਾਉਂਦੇ ਹਾਂ, ਤੁਸੀਂ ਦਰਸ਼ਨਦਾਰੀ ਕਰ ਲਿਓ। ਚਲੋ ਗੁਰੂ ਨਾਨਕ ਦੇਵ ਜੀ ਆਪਣੇ ਸਿੱਖ ਸੇਵਕਾਂ ਚੇਲਿਆਂ ਨੂੰ ਨਾਲ ਲੈ ਕੇ ਤੁਰ ਪਏ ਭਾਈ ਲਾਲੋ ਦੇ ਵੱਲ।
ਹੁਣ ਸਾਰਿਆਂ ਨੇ ਦੇਖਿਆ ਇਹ ਤਾਂ ਕਿਹੜਾ ਮਹੱਲੇ ਜਾ ਰਹੇ, ਕਿਹੜੇ ਨਗਰ 'ਚ ਜਾ ਰਹੇ, ਇਹ ਤਾਂ ਸਾਰੇ ਨੀਵੇਂ ਲੋਕ ਰਹਿੰਦੇ ਆ, ਤੇ ਗੁਰੂ ਮਹਾਰਾਜ ਕਿੱਧਰ ਤੁਰੇ ਜਾਂਦੇ ਆ। ਤੇ ਮਹਾਰਾਜ ਤੇਰਾ ਦੇਖੋ ਕਿੱਧਰ ਤੁਸੀਂ ਯਾਤਰਾ ਕਿੱਧਰ ਹੈ, ਇਹਦੇ ਨੀਵੇਂ ਲੋਕ ਰਹਿੰਦੇ ਆ। ਉਹ ਕਹਿੰਦੇ ਜਲ ਭਾਈ, ਜਲ ਜਿਹੜਾ ਹੁੰਦਾ ਨਾ, ਜਲ ਪਰਬਤਾਂ ਤੋਂ ਚੱਲ ਕੇ ਆਉਂਦਾ ਹੈ, ਉੱਚੀਆਂ ਚੋਟੀਆਂ ਚੱਲ ਕੇ ਆਉਂਦਾ ਹੈ, ਤੇ ਜਾਂਦਾ ਕਿੱਧਰ ਹੈ, ਜਿਹਦਾ ਨਿਵਾਣ ਹੋਵੇ। ਜਲ ਨਿਵਾਣ 'ਚ ਹੀ ਜਾਂਦਾ ਹੈ, ਤੇ ਆਪਾਂ ਵੀ ਨਿਵਾਣ ਵੱਲ ਨੂੰ ਜਾ ਰਹੇ ਹਾਂ, ਕੋਈ ਗੱਲ ਨਹੀਂ, ਇੱਥੇ ਸਾਡਾ ਪ੍ਰੇਮੀ ਰਹਿੰਦਾ ਹੈ। ਜਦੋਂ ਭਾਈ ਲਾਲੋ ਦੀ ਕੁੱਲੀ ਵੱਲ ਗਏ, ਘਰ ਵੱਲ ਗਏ, ਕਹਿੰਦੇ ਆਹ ਹੁਣ ਉੱਥੇ ਵੀ ਗੱਲਾਂ ਬਾਤਾਂ ਹੋਣ ਲੱਗੀਆਂ ਕਿ ਨਹੀਂ ਮਹਾਰਾਜ ਜੀ ਤਾਂ ਆਪ ਅਪਵਿੱਤਰ ਹੋ ਜਾਓਗੇ। ਉਧਰੋਂ ਭਾਈ ਲਾਲੋ ਵੀ ਆਪਣੀ ਕੁੰਡੀ ਲਾ ਕੇ ਨਾ ਅੰਦਰੋਂ ਬਹਿ ਗਿਆ ਕਿ ਨਹੀਂ ਮਹਾਰਾਜ ਤੁਸੀਂ ਇੱਥੇ ਜਾਓ, ਤੁਸੀਂ ਇੱਥੋਂ ਜਾਓ, ਤੁਸੀਂ ਅਪਵਿੱਤਰ ਹੋ ਜਾਓਗੇ। 7 ਵਾਜਾਂ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਮਾਰੀਆਂ ਭਾਈ ਲਾਲੋ ਨੂੰ। ਕਹਿੰਦੇ ਨਿਰਗੁਣ ਰੂਪ ਵਿੱਚ ਸਾਨੂੰ ਚੇਤੇ ਕਰਦਾ ਸੀ, ਆ ਸਰਗੁਣ ਰੂਪ ਵਿੱਚ ਤੇਰੇ ਸਾਹਮਣੇ ਆ ਗਏ ਆ ਜਾ ਹੁਣ ਗੱਲ ਨਾਲ ਲੱਗ ਜਾ। ਗੁਰੂ ਨਾਨਕ ਦੇਵ ਕਹਿੰਦੇ ਆ ਕਿ ਨਿਰਗੁਣ ਰੂਪ ਵਿੱਚ ਤੂੰ ਸਾਨੂੰ ਚੇਤੇ ਕਰਦਾ ਸੀ, ਤੇ ਸਰਗੁਣ ਰੂਪ ਵਿੱਚ ਤੇਰੇ ਸਾਹਮਣੇ ਆ, ਤੇ ਆ ਜਾ ਹੁਣ ਗੱਲ ਲੱਗ ਜਾ। 7 ਕਹਿੰਦੇ ਆਵਾਜ਼ਾਂ ਮਾਰੀਆਂ, ਤੇ 7ਵੀਂ ਆਵਾਜ਼ ਤੇ ਭਾਈ ਲਾਲੋ ਜੀ ਬਾਹਰ ਆਏ, ਤੇ ਇੱਕ ਨਾਲ ਲਾਇਆ ਉਹਨੂੰ। ਤੇ ਕਹਿਣ ਵਾਲੇ ਅਜਿਹੀ ਵੰਡ ਵਿਤਕਰੀਆਂ ਪਾ ਕੇ ਬੈਠੇ ਆ ਕਿ ਉਹ ਆਪਣੀ ਆਪਣੀ ਮੱਤ ਹੈ ਨਾ। ਅਜੇ ਵੀ ਅੱਜ ਵੀ ਭਾਈ ਲਾਲੋ ਜੀ ਗੁਰੂ ਨਾਨਕ ਦੇਵ ਦੇ ਨਾਲ ਹੀ ਹੈ, ਤੇ ਅੱਜ ਵੀ ਗੁਰੂ ਨਾਨਕ ਦੇਵ ਜੀ ਉਹ ਨੀਵਿਆਂ ਦੇ ਨਾਲ ਹੀ ਹੈ। ਜੇ ਗੁਰੂ ਨਾਨਕ ਦੇਵ ਨੇ ਪੁੱਛ ਲਿਆ ਕਿ ਹਾਂ ਵੀ ਤੁਸੀਂ ਸੰਗੀ ਸਾਥੀ ਕਿਹਨਾਂ ਦੇ ਹੋ, ਤੁਹਾਡੇ ਸੰਗੀ ਸਾਥੀ ਕੌਣ ਹੈ, ਤੇ ਕਿਹਨਾਂ ਵਿੱਚੋਂ ਹੈ, ਤੇ ਉੱਥੇ ਗੁਰੂ ਨਾਨਕ ਦੇਵ ਨੇ ਇਹੀ ਕਿਹਾ ਕਿ ਭਾਈ ਅਸੀਂ ਜਿਹੜਾ ਤੁਸੀਂ ਨੀਵੇਂ ਕਹਿੰਦੇ ਹੋ ਨਾ, ਅਸੀਂ ਨੀਵਿਆਂ ਦੇ ਸੰਗੀ ਸਾਥੀ ਹੈ, ਉਹ ਸਾਡੇ ਸੰਗੀ ਸਾਥੀ ਹੈ, ਅਸੀਂ ਉਹਨਾਂ ਦੇ ਸੰਗੀ ਸਾਥੀ ਹਾਂ, ਉਹਨਾਂ ਵਿੱਚ ਰਹਿੰਦੇ ਆ, ਉਹਨਾਂ ਵਿੱਚ ਖਾਂਦੇ ਆ, ਉਹਨਾਂ 'ਚ ਵਿਚਰਦੇ ਆ, ਤੇ ਉਹੀ ਸਾਡੇ ਨਾਲ ਹੀ ਤੁਰੇ ਆ। ਇਹ ਭਾਈ ਮਰਦਾਨਾ ਜੀ, ਭਾਈ ਲਾਲੋ ਜੀ, ਭਾਈ ਬਾਲਾ ਜੀ, ਉਹ ਕਈ ਤਾਂ ਸਾਡੇ ਨਾਲ ਤੁਰੇ ਆ, ਉਹਨਾਂ ਦੇ ਸੰਗੀ ਸਾਥੀ ਹੈ। ਜਿਹੜਾ ਤੁਸੀਂ ਨੀਵੇਂ ਕਹਿੰਦੇ ਹੋ, ਉਹਨਾਂ ਵਿੱਚ ਕੋਈ ਵੰਡ ਵਿਤਕਰੀ ਨਹੀਂ ਹੈ, ਫਰਕ ਨਹੀਂ ਹੈ। ਤੇ ਫਰਕ ਅੱਗੇ ਜਾ ਕੇ ਪੈ ਗਿਆ, ਮੋਹਰਾ ਅੱਗੇ ਲਾ ਕੇ ਬਹਿ ਗਏ ਕਿ ਆਹ ਸਾਡਾ ਹੀ ਹੈ ਭਾਈ। ਸੋ ਨਾਲ ਮਿਲ ਕੇ ਫਤਿਹ ਬੁਲਾਈਏ। ਬੋਲੇ 100 ਨਿਰਭੈ ਅਜ਼ਰ ਵਤਨ ਕਾਲਦਰਸ਼ੀ ਸ੍ਰਿਸ਼ਟੀ ਕਰਤਾ, ਵਾਲਮੀਕ ਦਇਆਵਾਨ ਜੀ ਕੀ ਜੈ, ਸੰਤਾਂ ਭਗਤਾਂ ਕੀ ਜੈ, ਸਤਿਗੁਰ ਦੇ ਸ਼ਰਧਾਲੂਆਂ ਸਦਾ ਸਦਾ ਸੰਸਾਰ ਚੋ ਜੈ।